ਸ੍ਰੀ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਗੁਰ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ।
सतगुरु गरीब नवाज साहब जी दे पावन गुरता गद्दी दे तख्त ते सोभनीक होण दियां गुरियाई पुरब दियां सरबत गुरु ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ। ਕੁਝ ਬੇਨਤੀ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਵਿੱਚੋਂ ਸਾਂਝੀ ਕਰਕੇ ਫਿਰ ਲੜੀਵਾਰ ਇਤਿਹਾਸ ਦੇ ਨਾਲ ਜੁੜਾਂਗੇ। ਭੱਟ ਸਾਹਿਬਾਨਾਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜਸ ਕਰਦਿਆਂ ਇਹ ਬਚਨ ਫਰਮਾਏ, ਘਨ ਹਰ ਬੂੰਦ ਬਸਵਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਕਿ ਜਦੋਂ ਮੀਂਹ ਪੈਂਦਾ ਹੈ ਨਾ, ਘਨ ਹਰ ਬੂੰਦ, ਬੱਦਲ ਦੇ ਵਿੱਚੋਂ ਬੂੰਦਾਂ ਡਿੱਗਦੀਆਂ, ਕਣੀਆਂ ਡਿੱਗਦੀਆਂ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੀਆਂ ਕੁ ਕਣੀਆਂ ਡਿੱਗਦੀਆਂ। ਬਸੋ ਰੋ ਮਾਵਲ, ਸੰਸਾਰ ਦੇ ਵਿੱਚ ਬਨਸਪਤੀ ਕਿੰਨੀ ਹੈ ਇਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਰੋ ਮਾਵਲ, ਸਰੀਰ ਦੇ ਉੱਤੇ ਰੋਮ ਕਿੰਨੇ ਹਨ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕੁਸਮ ਬਸੰਤ ਗਨੰਤ ਨਾ ਆਵੇ। ਕੁਸਮ ਕਹਿੰਦੇ ਫੁੱਲਾਂ ਨੂੰ, ਬਸੰਤ ਰੁੱਤ ਦੇ ਖਿੜੇ ਹੋਏ ਫੁੱਲਾਂ ਨੂੰ ਕੋਈ ਗਿਣ ਨਹੀਂ ਸਕਦਾ। ਰਾਵ ਸਸ ਕਿਰਨ ਉਦਰ ਸਾਗਰ ਕੋ, ਦਿਨ ਚੜ੍ਹਦਾ ਹੈ, ਸੂਰਜ ਉਦੇ ਹੁੰਦਾ ਹੈ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਸੰਸਾਰ ਦੇ ਵਿੱਚ। ਸੂਰਜ ਦੀਆਂ ਕਿੰਨੀਆਂ ਕਿ ਕਿਰਨਾਂ ਵਾ ਇਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਪੂਰਨਮਾਸ਼ੀ ਦਾ ਚੰਦ ਚੜ੍ਹਿਆ ਹੈ ਰਾਤ ਨੂੰ ਤੇ ਚੰਦਰਮਾ ਦੀਆਂ ਰਿਸ਼ਮਾਂ ਕੋਈ ਗਿਣ ਨਹੀਂ ਸਕਦਾ। ਸਮੁੰਦਰ ਦੇ ਉਦਰ ਪੇਟ ਨੂੰ, ਸਮੁੰਦਰ ਦੀ ਡੂੰਘਾਈ ਨੂੰ ਕੋਈ ਮਾਪ ਨਹੀਂ ਸਕਦਾ। ਗੰਗ ਤਰੰਗ ਅੰਤ ਕੋ ਪਾਵੇ, ਉੱਚੇ ਪਹਾੜਾਂ ਤੋਂ ਜਦੋਂ ਹੇਠਾਂ ਨੀਵੇਂ ਥਾਂ ਤੇ ਗੰਗਾ ਦਾ ਪਾਣੀ ਆਉਂਦਾ ਹੈ, ਉਹਦੇ ਵਿੱਚ ਉਛਾਲੇ ਕਿੰਨੇ ਆਉਂਦੇ, ਉਹਦੀਆਂ ਕਿੰਨੀਆਂ ਲਹਿਰਾਂ ਬਣਦੀਆਂ, ਗੰਗਾ ਦੀਆਂ ਲਹਿਰਾਂ ਕੋਈ ਗਿਣ ਨਹੀਂ ਸਕਦਾ। ਤੇ ਫਿਰ ਭਾਈ ਭੱਟ ਸਾਹਿਬ ਨੇ ਬਚਨ ਕੀਤਾ, ਕਹਿੰਦੇ ਵੀ ਇਹ ਸਾਰਾ ਕੁਝ ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕੋਈ ਰੁਦਰ ਧਿਆਨ, ਕੋਈ ਸ਼ਿਵ ਜੀ ਵਾਂਗੂ ਧਿਆਨ ਲਾ ਕਰਕੇ, ਕੋਈ ਵਿਸ਼ਨੂੰ ਵਾਂਗੂ ਗਿਆਨ ਹਾਸਲ ਕਰਕੇ, ਸਤਿਗੁਰੂ ਜੀ ਦੇ ਪਾਸੋਂ ਗਿਆਨ ਲੈ ਕਰਕੇ, ਜਾਂ ਕੋਈ ਸੰਸਾਰ ਦਾ ਸਿਆਣਾ ਆਦਮੀ, ਇਹ ਗਿਣਿਆ ਤਾਂ ਨਹੀਂ ਸਾਰਾ ਕੁਝ ਜਾਂਦਾ, ਪਰ ਫਿਰ ਵੀ ਕੋਈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹ ਜੋ ਗਾਵੇ। ਇਹਨਾਂ ਨੂੰ ਕੋਈ ਗਾ ਲਵੇ ਤੇ ਸ਼ਾਇਦ ਗਾ ਹੀ ਲਵੇ, ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ। ਕੁਝ ਲੋਕਾਂ ਨੇ ਗਿਣੀਆਂ ਵੀਆਂ ਚੀਜ਼ਾਂ, ਜਿਵੇਂ ਸਰੀਰ ਦੇ ਰੋਮ ਗਿਣੇ ਨਹੀਂ ਜਾ ਸਕਦੇ, ਪਰ ਕਈਆਂ ਨੇ, ਸਾਧੂ ਜਨਾਂ ਨੇ ਕਥਨ ਵੀ ਕੀਤਾ ਹੈ ਵੀ ਇੱਕ ਸਰੀਰ ਦੇ ਉੱਤੇ 3.5 ਕਰੋੜ ਰੋਮ ਹੁੰਦੇ। ਕਈਆਂ ਧਿਆਨੀਆਂ ਨੇ ਇਹ ਗੱਲ ਕਹੀ ਵੀ ਹੈ। ਕਹਿੰਦੇ ਵੀ ਕੋਈ ਇੰਨਾ ਸਿਆਣਾ ਹੋ ਜਾਵੇ ਤੇ ਸਾਰਾ ਕੁਝ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ, ਪਰ ਅਖੀਰਲੀ ਗੱਲ ਕਹਿੰਦੇ ਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਭੱਲੇ ਬੰਸ ਵਿੱਚ ਪ੍ਰਗਟ ਹੋਣ ਵਾਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ। ਮੀਂਹ ਦੀਆਂ ਕਣੀਆਂ ਭਾਵੇਂ ਕੋਈ ਗਿਣ ਲਵੇ, ਕੋਈ ਬਨਸਪਤੀ ਭਾਵੇਂ ਗਿਣ ਲਵੇ, ਪਰ ਆਪ ਜੀ ਦੇ ਗੁਣ ਬਨਸਪਤੀ ਨਾਲੋਂ ਵੀ ਜ਼ਿਆਦੇ, ਮੀਂਹ ਦੀਆਂ ਕਣੀਆਂ ਨਾਲੋਂ ਵੀ ਜ਼ਿਆਦੇ, ਸਰੀਰ ਦੇ ਰੋਮਾਂ ਨਾਲੋਂ ਵੀ ਜ਼ਿਆਦੇ ਆਪ ਜੀ ਦੇ ਗੁਣ। ਬਸੰਤ ਰੁੱਤ ਦੇ ਖਿੜੇ ਹੋਏ ਫੁੱਲਾਂ ਨਾਲੋਂ ਵੀ ਆਪ ਜੀ ਦੇ ਗੁਣ ਆ। ਕੋਈ ਇਹਨਾਂ ਨੂੰ ਗਿਣ ਲਵੇ ਤੇ ਭਾਵੇਂ ਗਿਣ ਲਵੇ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਰਿਸ਼ਮਾਂ ਨਾਲੋਂ ਵੀ ਆਪ ਜੀ ਦੇ ਗੁਣ ਬਹੁਤੇ ਹਨ। ਸਮੁੰਦਰ ਦੀ ਡੂੰਘਾਈ ਕੋਈ ਮਾਪ ਲਵੇ ਤੇ ਮਾਪ ਲਵੇ, ਪਰ ਧੰਨ ਗੁਰੂ ਅਮਰਦਾਸ ਸਾਹਿਬ ਆਪ ਜੀ ਦੇ ਗੁਣ ਨਹੀਂ ਕੋਈ ਮਾਪ ਸਕਦਾ।
गंगा दीयां लहरां कोई गिण लवे तां गिण लवे, पर आप जी दे गुण नहीं कोई गिण सकदा। भले अमरदास गुण तेरे, तेरी उपमा तोहे बन आव। हे सतगुरु तीजे पातशाह धन गुरु अमरदास साहब जी महाराज, आप जी की उपमा आप जी नूं ही बन आउंदी है। तेरी उपमा तोहे बन आवे, तेरी उपमा तोहे बन आवे, तेरी उपमा तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। भले अमरदास गुण तेरे, भले अमरदास गुण तेरे, भले अमरदास गुण तेरे, भले अमरदास गुण तेरे। तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी धन श्री गुरु अमरदास साहब महाराज जी की कुल साध संगत जी भले है। जिवें धन श्री गुरु नानक देव साहब महाराज बेदी वंश विच प्रगट होए, श्री गुरु अंगद देव साहब जी महाराज त्रेहण वंश विच प्रगट होए, सतगुरु रामदास साहब जी महाराज सोढी कुल विच प्रगट होए। इसे तरह धन गुरु अमरदास साहब जी महाराज भले भले वंश दे विच महाराज प्रगट होए। और विक्रमी संमत 1536 नूं आप जी का प्रकाश बासर के नगर विच होया। धन धन पिता बाबा तेज भाण जी, धन धन माता लक्ष्मी जी, तिन्हां दे ग्रह वेखे। जगत गुरु श्री गुरु नानक देव साहब महाराज साहब जी तो 10 साल बाद विच श्री गुरु अमरदास साहब जी का प्रकाश होया। साध संगत 1469 ईस्वी सन नूं सतगुरु नानक देव साहब महाराज प्रगट हुंदे ते 1479 सन 1526 विक्रमी संमत है जगत गुरु जी के प्रगट होने का संमत ते 1536 नूं धन गुरु अमरदास साहब जी महाराज 10 साल बाद विच। कदी ये समा सी साध संगत जी जिस वेले धन श्री गुरु नानक देव साहब जी महाराज ते धन श्री गुरु अंगद देव साहब जी महाराज, धन श्री गुरु अमरदास साहब जी महाराज ते धन श्री गुरु रामदास साहब जी महाराज चारे सतगुरु शरीर करके धरती ते मौजूद सन, पर मिलाप समय समय नाल होया। साध संगत कदी ये जदों आपां तरीकां पढ़दे हैं, इतिहास पढ़दे हाँ, तां 1536 नूं धन गुरु अमरदास साहब महाराज प्रगट हुंदे आ बासर के नगर दे विच। समा गुजरदा है ते बजुर्ग अवस्था विच 1597 विक्रमी संमत नूं श्री खडूर साहब आउंदे आ धन श्री गुरु अंगद देव साहब जी की शरण विच। ते श्री गुरु अंगद देव साहब महाराज जी दे नालों शरीर कारबला आप जी की 25 साल वड्डी है। गुरु अंगद देव साहब महाराज जी का 1561 विक्रमी संमत नूं प्रकाश होया ते संसारी रिश्ते वजों आप जी का रिश्ता गुरु अंगद देव साहब महाराज दूजे पातशाही दे नाल कुड़माचारी दा है। श्री गुरु अंगद देव साहब महाराज जी की सपुत्री बीबी अमरो जी धन श्री गुरु अमरदास साहब महाराज जी के सके भतीजे नाल विआहे होए सन। इस करके महाराज साहब जी के भराता वो गुरु अंगद देव साहब महाराज जी के कुड़म लगते हैं।
लड़के परिवार वालों ते कुड़म दे भरा होने करके गुरु अमरदास साहब जी महाराज भी गुरु अंगद देव साहब जी दे संसारी रिश्ते वजों कुड़म लगे, रिश्ता कुड़माचारी का। जदों आप जी बीपी अमरो जी दे नाल गुरु अंगद देव साहब जी की चरण शरण में आए, एक खेस लैके उहदे ते 5 पैसे रख करके धन गुरु अंगद देव साहब महाराज आप जी नूं मिलण लगे ते आप जी ने हथ जोड़ के बेनती की, महाराज मैं कुड़म बन के नहीं आया, सतगुरु मैं रिश्तेदार बन के नहीं आया, किरपा करो मैनू अपने घर का सिख सेवक बना लो, अपने घर का सेवादार बना लो। ते गुरु अंगद देव साहब जी के चरणों ते ढह पे। महाराज ने दोवां मोढियां तो फड़ के उपर उठाया ते घुट के गल वकड़ी विच लिया ते आखिया, पुरखा आ गागर लै लो, ब्यास दरिया विचों जल लै करके आया करो ते साडा इशनान कराओ। फिर 12 साल गुरु अंगद देव साहब महाराज जी का इशनान करवाया, धन गुरु अमरदास साहब जी। होर भी गुरु के लंगरां की सेवा करनी सारा सारा दिन। किन्ना सफ़र पै जांदा खडूर साहब तो ब्यास दरिया का, जिथे अजकल श्री गोइंदवाल साहब नगर सोभनीक है, उत्थे ढाए नाल खह के उदों ब्यास दरिया वगदा सी। इत्थों जल भर के लैके जाना। गोइंदवाल साहब ते बाद विच वसाउंदे आ धन गुरु अमरदास साहब जी महाराज। ये 1606 विक्रमी संमत नूं वसाया महाराज ने, गुरियाई दे सोभनीक होण तो 3 साल पहला। और इत्थों जल लैके जाना, सारी रात ही लगभग लंघ जाती सी आउंदियां जांदियां। सवा पहर दे तड़के इशनान कराउणा हुंदा सी ते 12 सालां विच गर्मी की रुत भी लंघी है, सर्दी की रुत भी लंघी है, मींह हनेरियां भी आईयां, झक्खड़ भी झुले आ, पर नागा नहीं पैण दिता, फर्क नहीं पैण दिता। गुरु साहब जी के इशनान की सेवा विच बिरध अवस्था है ते जल्दी गागर दरिया चों भर के लैके जानी ते राह विच एक थां ते दम लिया करदे सन। वो करीर दे रुख ते, शायद करीर दा जां जंड दा है, उस रुख दे उत्ते रख करके अज भी वो रुख मौजूद है जिथे गुरुद्वारा श्री दमदमा साहब सोभनीक है। वो गुरुद्वारे साहब के पिछले पासे वो रुख है, ਉਹਦੇ टाहने ते मारे गागर रख के दम लिया करते सन। फिर अगे चल पैना ते सतगुरु जी का इशनान कराउणा। लोगों ने ताने बेहने भी बड़े मारे, किसी ने निमाणा आख्या, किसी ने निताणा आख्या, किसी ने निथावा आख्या। अज जिहड़ा दिन वा ना ते जिहड़ी आ रात लंघी आ, इस रात जदों महाराज जल्दी गागर लैके आए सी ना, 12वें साल, 12 साल पूरे हो चुके। आ जिहड़ी रात लंघ के गई है, अज दिन तो पहला जोर दा मींह पैंदा सी ते हनेरी चलदी सी। जदों खडूर साहब आप जी अमृत वेले पहुँच गए जल्दी गागर लै करके, मींह पैण दे कारण गुरु घर के नेड़े ही थोड़ी दूरी ते जुलाए का घर सी, जुलाए ने खड्डी लाई हुई सी। वो किले दे नाल महाराज का चरण वजना, खड्डी विच चरण पैना ते डिग पैना। धन गुरु अमरदास साहब महाराज जी, पर जल्दी गागर नहीं डिगण दिती। गरीब नवाज साहब जी तां उस मौके ते अमृत वेले हनेरा है, जुलाया पुछदा भी आ बाहर खड़का काहदा होया। जदों सतगुरु जी डिगे ते खड़का होया, घर वाली जुलाई कहंदी आ महाराज दा अद्धा नाम लैके ओही होना निथावा। आपां ते नहीं ना गुरु साहब दा अद्धा नाम लैंदे सोभदे, असीं गुरु के सिख वां, असीं महाराज दा अद्धा नाम थोड़ा लवांगे। पर उस जुलाए दे घर वाली जुलाई ने महाराज दा अद्धा नाम लैके आख्या ओही होना निथावा, जिन्नू थां किते नहीं, जो दिने भी तुरिया फिरदा, रात भी तुरिया फिरदा, जिन्नू टिका नहीं। ते सतगुरां दे कन्नी जदों आवाज़ पई ना, ते सतगुरु कहंदे झल गए, पहला बोल ही निकलिया, झल गए, मैं निथावा नहीं हाँ। जिन्हों गुरु अंगद देव साहब जी के घर में थां मिली है, जिसनों गुरु के चरणों में थां मिल जाए, वो निथावा नहीं हुंदा,
गुरु दे चरनां नालों वड्डी थां ही नहीं दुनिया विच। मैनूं तां गुरु नानक साहब दे घर विच थां मिली है। बस इन्नी गल कहण दी देर सी, उसे वेले झल्ली हो गई। अपने बस्तर पाड़न लग पई। उन्हें घर वाले ने संभालिया। दिन चढ़े तो गुरु अंगद देव साहब जी के चरणों में लैके हाजिर होया जी। रात अमृत वेले आप जी के सेवक ने इस तरह बचन किया तो मेरे घर वाली झल्ली हो गई है। सतगुरु अंगद देव साहब कहन लगे कि सारी गल दसो। ने सारी गल दसी। महाराज ने मेहर की निगाह की ते जुलाहे के घर वाली नूं ठीक किया। धन गुरु अंगद देव साहब जी। फिर उन्होंने पैसे दिते। साध संगत जी गरीब नवाज कहन लगे खड्डी वाली जगह सानू दे दे। वो पैसे दे के जिन्ने दी वो जगह सी उहदे नालों वध महाराज ने माया दे करके वो जगह खरीद लई। कहन लगे इस थां ते साडे सेवक की सेवा पूरी हुई है। वो जगह खरीदी गुरु अंगद देव साहब जी ने जुलाहे परिवार नूं दूजे थां ते थां लैके दिता। ते फिर महाराज ने संगत नूं आख्या कि अज असीं अपने सेवक नूं गुरियाई देनी है। सारी संगत विच ये खबर दे दी। अज दे दिन साध संगत जी 1609 विक्रमी संमत ते 1552 ईस्वी सन है। 12 साल पूरे हो गए सेवा दे विच। बाबा बुढ़ा साहब जी नूं बुलाया गया, होर सिखां नूं बुलाया गया, संगतां दा इकट्ठ होया। धन श्री गुरु अंगद देव साहब महाराज कहन लगे, धन श्री अमरदास साहब महाराज नूं बुला के कि पुरखा तुसीं साडा 12 साल इशनान कराया, 12 वरे तुसीं साडे इशनान कराउण दी सेवा कीती है ते अज असीं तुहाडा इशनान करावांगे। फिर अज दे दिन धन श्री गुरु अंगद देव साहब जी ने सिखां तो जल मंगाया। बाबा बुढ़ा साहब आदिक सिखां ने जल लिआंदा ते गुरु अंगद देव साहब जी ने अपने हत्थीं महाराज ने गुरु अमरदास साहब जी का इशनान करवाया, नवे वस्त्र पवाए ते सीस तो एक एक सिरों पाओ करके उतारिया। 12 सिरों पाओ महाराज के सीस ते सोभनीक सन। एक साल बाद एक सिरों पाओ दिया करते सी गुरु अंगद देव साहब जी महाराज सेवा ते खुश हो के। 12 सालों में 12 सिरों पाओ महाराज साहब जी नूं बख्शिश कीते सन। सिरों पाओ सेवक नूं दिता जांदा है। सिरों पाओ गुरु की बख्शिश है। सिरों पाओ सिर तो पैरां तक पत कजन वाला वस्त्र है, गुरु की बख्शिश। लोक ते परलोक दा पर्दा कजन वाला है। ते वेखो 12 सालां दा एक भी सिरों पाओ पासे नहीं किते रखिया ते ला के नहीं पासे किते रखिया। अपने सीस ते सजाउंदे रह पईए मेरे गुरु की बख्शिश है। इस करके जदों भी कदे गुरु घर विचों सिरों पाओ मिले उन्होंने सीस ते सजाउणा चाहीदा ते उन्होंने सत्कार नाल रखना चाहीदा है। साध संगत गरीब नवाज साहब जी ने फिर सोहनी दस्तार सजाई, 5 पैसे नालियर लै करके परिक्रमा कीतियां, मत्था टेकिया, बाबा बुढ़ा साहब जी तो गुरियाई का तिलक लवाया ते फिर सतगुरु जी ने अपनी जोत धन श्री गुरु अमरदास साहब जी दे विच स्थित की। सारी संगत नूं कह दिता कि साडी जोत हुण गुरु अमरदास साहब जी दे विच है। तुहाडे सतगुरु हुण तीजे पातशाह श्री गुरु अमरदास साहब जी हन ते सारी संगत वारी वारी मत्था टेको भाई, नमस्कार करो गुरु अमरदास साहब जी। जदों सतगुरु जी ने गुरियाई दे के नमस्कार की, बाबा बुढ़ा साहब जी ने मत्था टेकिया, बाकी सिखां सेवकां संगतां ने नमस्कारां कीतियां ते धन श्री गुरु अंगद देव साहब जी ने फिर 12 वरदान दिते। साध संगत जी महाराज ने सुनिया सी ना जुलाहे तो सारी गल, उन्हें दसिया सी जी मेरे घर वाली ने आप जी के सेवक का अद्धा क नाम लैके ते निथावां कह दिता सी, तां इन्हां दे मुख तो झल्लीए निकले आ मैं तां थां वाला हाँ, मैनूं तां गुरु दे चरनां 'च थां मिली, मेरे घर वाली तां झल्ली होई महाराज। ते सतगुरु जी ने यह सुनिया, मारे अंतरजामी सब को जानते, जो लोगों ने ताने मेहने भी दिते, किसी ने आख्या सी कुड़मा कोले रहिंदा है, किसी ने आख्या सी पुत नहीं झलदे होने, कोई सौखी थोड़ा। साध संगत जी गुरु घर की सेवा ताई मारे ने आख्या ना, सतगुर की सेवा गाखड़ी सिर दीजा आप गवाए। ये मार्ग खंडे नालों तिखा, वाल नालों निक्का, गाखड़ी सेवा है गुरु घर की। औखी आख्या कठिन है, मुर्दा होए मुरीद ना गली होवना,
ਤੇ ਫਿਰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫਿਰ ਬਖਸ਼ਿਸ਼ਾਂ ਦੀ ਝੜੀ ਲਾ ਦਿੱਤੀ। ਸਾਧ ਸੰਗਤ ਜੀ ਕਹਿਣ ਲੱਗੇ ਨਹੀਂ, ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ, ਜਿਨ੍ਹਾਂ ਨੂੰ ਕਿਤੇ ਮਾਣ ਨਹੀਂ ਮਿਲੇਗਾ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਾਣ ਦਿਆ ਕਰਨਗੇ। ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ, ਪੁਰਖਾ ਜੀ ਤੁਸੀਂ ਧੰਨ ਹੋ। ਇਹ ਵਰਦਾਨ ਦਿੱਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ। ਇਹ 1609 ਨੂੰ ਸਾਧ ਸੰਗਤ ਜੀ ਬਿਕਰਮੀ ਸੰਮਤ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੱਜ ਦੇ ਦਿਨ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। 22 ਸਾਲ ਤੇ ਕੁਝ ਮਹੀਨੇ ਮਹਾਰਾਜ ਨੇ ਗੁਰਿਆਈ ਕੀਤੀ ਹੈ। ਪਾਵਨ ਸਰੀਰ ਵਿੱਚ ਵਿਚਰਦਿਆਂ ਸ੍ਰੀ ਗੋਇੰਦਵਾਲ ਸਾਹਿਬ ਧਰਤੀ ਨੂੰ ਭਾਗ ਲਾਏ। ਬੌਲੀ ਸਾਹਿਬ ਦੀ ਰਚਨਾ ਕਰਵਾਈ। 84 ਪੌੜੀਆਂ ਵਰਦਾਨ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਜਿਹੜਾ ਇੱਕ ਇਸ਼ਨਾਨ ਕਰਕੇ ਸਨ ਕੇਸੀ ਇੱਕ ਪੌੜੀ ਤੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ, 84 ਇਸ਼ਨਾਨ 84 ਪੌੜੀਆਂ ਤੇ ਵਾਰੀ ਬੈਠ ਕੇ 84 ਜਪਜੀ ਸਾਹਿਬ ਦੇ ਪਾਠ ਕਰੇਗਾ, ਉਹਦੀ 84 ਲੱਖ ਜੂਨ ਕੱਟੀ ਜਾਵੇ। ਐਸੀਆਂ ਬਖਸ਼ਾਂ। ਫਿਰ ਪੰਗਤ ਤੇ ਸੰਗਤ ਦੀ ਮਰਿਆਦਾ ਕਾਇਮ ਕੀਤੀ। ਜਿਨ੍ਹਾਂ ਨੇ ਆ ਕੇ ਸਾਡੇ ਦਰਸ਼ਨ ਕਰਨੇ ਆ ਦਰਬਾਰ ਵਿੱਚ, ਪਹਿਲਾਂ ਪੰਗਤ ਵਿੱਚ ਬਹਿ ਕਰਕੇ ਉਹ ਪ੍ਰਸ਼ਾਦਾ ਛਕਣ। ਇਹ ਮਰਿਆਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ। ਇਹ ਤਾਂ 2 ਕਾਰਨ ਲਿਖੇ ਇਤਿਹਾਸ ਵਿੱਚ। ਪਹਿਲਾ ਕਾਰਨ ਵੀ ਉੱਚਾ ਨੀਵਾਂ, ਜਾਤ ਛੂਤ ਛਾਤ, ਵੀ ਮੈਂ ਵੱਡਾ ਇਹ ਦੂਜਾ ਨੀਵਾਂ ਹੈ, ਮੇਰੀ ਉੱਚੀ ਜਾਤ ਇਹਦੀ ਨੀਵੀਂ ਜਾਤ ਹੈ। ਸਤਿਗੁਰੂ ਕਹਿੰਦੇ ਇੱਕੇ ਪੰਗਤ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਛਕਣਾ ਪਵੇਗਾ। ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਨੂੰ ਬਰਾਬਰਤਾ। ਤੇ ਫਿਰ ਦਰਬਾਰ ਵਿੱਚ ਆ ਕੇ ਸਾਡੇ ਦੂਜਾ ਕਾਰਨ ਇਹ ਸੀ, ਸੰਗਤਾਂ ਪੈਦਲ ਚੱਲ ਕੇ ਆਉਂਦੀਆਂ ਦੂਰੋਂ ਤੇ ਇਸ ਕਰਕੇ ਥੱਕੇ ਹੋਣਾ, ਭੁੱਖ ਲੱਗੀ ਹੋਣੀ। ਮਹਾਰਾਜ ਕਹਿੰਦੇ ਵੀ ਜਿਹੜੇ ਦੂਰੋਂ ਪੈਦਲ ਸਫਲ ਕਰਕੇ ਆਏ ਆ, ਇਹਨਾਂ ਪੈਂਡਾ ਤੈਅ ਕਰਕੇ ਜੇ ਸਿੱਧੇ ਦਰਬਾਰ ਵਿੱਚ ਆਉਣਗੇ ਤੇ ਭੁੱਖਿਆਂ ਨੂੰ ਨਾਮ ਚੇਤੇ ਥੋੜਾ ਹੋਣਾ, ਬਾਣੀ ਚੇਤੇ ਥੋੜਾ ਹੋਣੀ ਆ। ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ, ਉਹ ਰੋਟੀ ਚੇਤੇ ਆਉਣੀ। ਫਿਰ ਭੁੱਖਿਆਂ ਨੂੰ ਤਾਂ ਪਹਿਲਾਂ ਲੰਗਰ ਵਿੱਚ ਜਾਣ, ਚੰਗੀ ਤਰ੍ਹਾਂ ਪ੍ਰਸ਼ਾਦਾ ਪਾਣੀ ਛਕਣ, ਫਿਰ ਜਲ ਵਰਤ ਕੇ ਫਿਰ ਆ ਕੇ ਸਾਡੇ ਦਰਸ਼ਨ ਕਰਨ। 22 ਪ੍ਰਚਾਰਕ ਥਾਪੇ ਮਹਾਰਾਜ ਨੇ, ਮੰਜੀਆਂ 22, 72 ਪੀੜੇ ਪ੍ਰਚਾਰ ਕਰਨ ਵਾਸਤੇ ਮਾਈਆਂ ਨੂੰ ਬਖਸ਼ਿਸ਼ ਕੀਤੇ, ਸਤੀ ਪ੍ਰਥਾ ਦੂਰ ਕੀਤੀ। ਬੇਅੰਤ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਵਰਤਾਈਆਂ ਤੇ ਅੱਜ ਵੀ ਵਰਤਾ ਰਹੇ ਆ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ ਦਸਮ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਜਿਵੇਂ ਮਹਾਰਾਜ ਸਾਹਿਬ ਜੀ ਬਗੌਰ ਸ਼ਹਿਰ ਦੇ ਵਿੱਚ ਉੱਥੋਂ ਦੇ ਜੋ ਮਨਮੁਖ ਲੋਕ ਸਨ, ਜਿਨ੍ਹਾਂ ਨੇ ਸਿੰਘਾਂ ਤੇ ਹਮਲਾ ਕੀਤਾ, ਉਹਨਾਂ ਨੂੰ ਕੀਤੀ ਦਾ ਫਲ ਭੁਗਤਾਇਆ। ਤਾਂ ਇਹ ਸਾਧ ਸੰਗਤ ਜੀ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜਿਸ ਪ੍ਰਕਾਰ ਦੇ ਨਾਲ ਮਹਾਰਾਜ ਦਾ ਇਤਿਹਾਸ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਨੂੰ ਜਾ ਰਹੇ ਆ, ਤੇ ਖਾਲਸੇ ਦੇ ਨਾਲ ਮਹਾਰਾਜ ਨੇ ਬਚਨ ਕੀਤਾ ਵੀ ਹੁਣ ਜੋ ਜੰਗ ਹੈ ਉਹ ਸੁਲਤਾਨੀ ਦੇ ਵਿੱਚ ਬਾਦਸ਼ਾਹੀਆਂ ਦਾ ਯੁੱਧ ਹੋਵੇਗਾ। ਮਹਾਰਾਜ ਸਾਹਿਬ ਜੀ ਕਹਿੰਦੇ ਵੇਖੋ ਹੁਣ ਪਰਮੇਸ਼ਰ ਕਰਤਾਰ ਦੇਹ ਸੋ ਤਖਤ ਪਾਏ। ਹੁਣ ਜਿਸ ਨੂੰ ਕਰਤਾਰ ਦੇਵੇਗਾ ਉਹੀ ਤਖਤ ਪਾਵੇਗਾ। ਭਾਵੇਂ ਸੀ ਵੀ ਔਰੰਗਜ਼ੇਬ ਮਰ ਗਿਆ ਵਾ, ਉਹਦੇ ਦੋਵਾਂ ਪੁੱਤਰਾਂ ਵਿੱਚੋਂ ਤਾਰਾ ਆਜਮ ਤੇ ਬਹਾਦਰ ਸ਼ਾਹ, ਉਹਨਾਂ ਦੇ ਵਿੱਚ ਹੁਣ ਲੜਾਈ ਝਗੜਾ ਹੋਣਾ ਹੈ। ਤੇ ਸਿੰਘਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਤਾਰਾ ਆਜਮ ਨੇ ਤਾਂ ਤਖਤ ਸੰਭਾਲ ਲਿਆ, ਉਹਦੇ ਕੋਲੇ ਫੌਜਾਂ ਸਾਰੀਆਂ ਹਨ। ਪਰ ਗਰੀਬ ਨਵਾਜ ਕਹਿਣ ਲੱਗੇ ਵੀ ਪਰਮੇਸ਼ਰ ਬੜਾ ਵੱਡਾ, ਉਹਦਾ ਖੇਲ ਬੇਅੰਤ ਹੈ, ਵੇਖੋ ਕੀ ਕਰਦਾ ਹੈ ਪਰਮੇਸ਼ਰ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ। ਅੱਗੇ ਲੜੀਵਾਰ ਗਾਥਾ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੜ੍ਹ ਦੋ ਸਾਰੇ। ਜੋ ਬਹਾਦਰ ਸ਼ਾਹ ਹੈ ਨਾ, ਉਹ ਔਰੰਗਜ਼ੇਬ ਦਾ ਪੁੱਤਰ, ਇਹ ਉਹਨਾਂ ਦਿਨਾਂ ਦੇ ਵਿੱਚ ਬਲਖ ਬੁਖਾਰੇ ਦੀ ਤਰਫ ਗਿਆ ਹੋਇਆ ਸੀ। ਇਹਨੇ ਪਿੱਤ ਕੋ ਸੁਣ ਬਿਮਾਰ ਬਹੁ,
ਉਧਰਲੇ ਪਾਸੇ ਇਹਨੇ ਸੁਣਿਆ ਵੀ ਮੇਰਾ ਪਿਤਾ ਬਹੁਤ ਜ਼ਿਆਦਾ ਬਿਮਾਰ ਹੈ ਔਰੰਗਜ਼ੇਬ, ਤੇ ਬਲਖ ਬੁਖਾਰੇ ਦੇ ਰਸਤੇ ਤੋਂ ਫਿਰ ਜਿਹੜੇ ਰਸਤੇ ਗਿਆ ਸੀ ਉਸੇ ਰਸਤੇ ਛੇਤੀ ਦੇ ਨਾਲ ਵਾਪਸ ਹਟ ਆਇਆ। ਖਿਆਲ ਸੀ ਕਿ ਮੇਰਾ ਪਿਤਾ ਬਿਮਾਰ ਬਹੁਤ ਹੈ, ਇਸ ਕਰਕੇ ਆਪਣੇ ਪਿਤਾ ਔਰੰਗਜ਼ੇਬ ਨੂੰ ਜਾ ਕੇ ਵਾਪਸ ਮਿਲਾਂ। ਤੇ ਕੂਚ ਦਰ ਕੂਚ ਕਰਕੇ ਇਹ ਵਾਪਸ ਆਪਣੇ ਪਿਤਾ ਨੂੰ ਮਿਲਣ ਵਾਸਤੇ ਤੁਰਿਆ ਆ ਰਿਹਾ ਹੈ। ਕੂਚ ਦਰ ਕੂਚ ਤੋਂ ਭਾਵ ਇਹ ਹੈ ਕਿ ਸਾਰਾ ਦਿਨ ਸਫ਼ਰ ਕਰਦਾ, ਜਿੱਥੇ ਸ਼ਾਮਾਂ ਪੈ ਜਾਂਦੀਆਂ ਉੱਥੇ ਪੜਾਅ ਕਰ ਲੈਂਦਾ, ਅਗਲੇ ਦਿਨ ਫਿਰ ਰਵਾਨਗੀ ਕਰਦਾ ਹੈ, ਸਾਰਾ ਦਿਨ ਸਫ਼ਰ ਕਰਦਾ ਹੈ। ਇਸ ਤਰ੍ਹਾਂ ਕੂਚ ਦਰ ਕੂਚ, ਪੜਾਅ ਦਰ ਪੜਾਅ ਤੁਰਿਆ ਆ ਰਿਹਾ ਛੇਤੀ ਨਾਲ, ਤੇ ਛੇਤੀ ਨਾਲ ਇਸ ਦੇਸ਼ ਦੇ ਵਿੱਚ ਆ ਪਹੁੰਚਿਆ। ਜਦੋਂ ਇਸ ਇਲਾਕੇ ਵਿੱਚ ਆਇਆ ਤੇ ਇਹਨੂੰ ਖਬਰ ਮਿਲੀ ਕਿ ਪਿਤਾ ਔਰੰਗਜ਼ੇਬ ਤਾਂ ਮਰ ਗਿਆ ਹੈ, ਮੌਤ ਹੋ ਗਈ ਪਿਤਾ ਦੀ, ਤੇ ਭਰਾ ਤਾਰੇ ਆਜਮ ਨੇ ਬਾਦਸ਼ਾਹੀ ਪ੍ਰਾਪਤ ਕਰ ਲਈ ਹੈ। ਤੇ ਜਦੋਂ ਇਹ ਗੱਲ ਇਹਦੇ ਕੰਨਾਂ ਵਿੱਚ ਪਈ ਨਾ ਬਹਾਦਰ ਸ਼ਾਹ ਦੇ, ਤੇ ਬਹੁਤ ਫਿਰ ਦੀਨ ਮਨ ਹੋਇਆ, ਭਾਵ ਅਤ ਦਾ ਦੁਖੀ ਹੋਇਆ ਹੈ। ਤੇ ਫਿਰ ਬਹਾਦਰ ਸ਼ਾਹ ਸੋਚਦਾ ਹੈ ਵੀ ਹੁਣ ਮੇਰੇ ਤੋਂ ਕੀ ਉਪਚਾਰ ਹੋ ਸਕਦਾ, ਕੀ ਇਲਾਜ, ਕੀ ਯਤਨ ਹੋ ਸਕਦਾ। ਹੁਣ ਮੈਂ ਕੋਈ ਯਤਨ ਨਹੀਂ ਕਰ ਸਕਦਾ, ਕਿਉਂਕਿ ਸਾਰੀਆਂ ਫੌਜਾਂ ਜਿਹੜੀਆਂ ਉਹ ਮੇਰੇ ਭਰਾ ਦੇ ਅਧੀਨ ਹੋ ਗਈਆਂ, ਤਾਰਾ ਆਜਮ ਦੇ, ਤੇ ਭਰਾ ਮੇਰੇ ਨੇ ਤਖਤ ਸੰਭਾਲ ਲਿਆ ਹੈ। ਹੁਣ ਤਾਂ ਮੇਰੇ ਪ੍ਰਾਣ ਬਚਣੇ ਵੀ ਮੁਸ਼ਕਲ ਹੋ ਗਏ, ਕਿਉਂ ਹੁਣ ਕਿਸ ਤਰੀਕੇ ਦੇ ਨਾਲ ਮੇਰੀ ਜਾਨ ਬਚ ਸਕਦੀ ਹੈ, ਮੇਰੇ ਪ੍ਰਾਣ ਬਚ ਸਕਦੇ ਆ। ਕਿਉਂਕਿ ਤਖਤ ਭਾਵੇਂ ਉਹਨੇ ਸੰਭਾਲ ਲਿਆ, ਪਰ ਉਹਨੂੰ ਇਹ ਫਿਕਰ ਤਾਂ ਰਹਿਣਾ ਹੀ ਹੈ ਨਾ ਤਾਰੇ ਆਜਮ ਨੂੰ ਵੀ ਮੇਰਾ ਦੂਜਾ ਭਰਾ ਨਾ ਮੇਰੇ ਤੇ ਹਮਲਾ ਕਰੇ। ਬਹਾਦਰ ਸ਼ਾਹ ਉਹਨੇ ਯਤਨ ਤਾਂ ਕਰਨੀ ਹੈ ਵੀ ਇਹਨੂੰ ਮਰਵਾ ਦਿੱਤਾ ਜਾਵੇ। ਵੇਖੋ ਕੈਸੀ ਸਾਧ ਸੰਗਤ ਜੀ, ਇਹ ਰਾਜ ਭਾਗ ਨੂੰ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਹੈ, ਇਹਦੇ ਵਿੱਚ ਭਰਾ ਭਰਾ ਦਾ ਵੈਰੀ ਬਣ ਜਾਂਦਾ, ਭਰਾ ਭਰਾ ਦਾ ਕਤਲ ਕਰਵਾ ਦਿੰਦਾ, ਕੋਈ ਵੀ ਸਕਾ ਨਹੀਂ ਬਣਦਾ ਕਿਸੇ ਦਾ। ਐਸੀ ਜਿਹੜੀ ਇਹ ਖੋਟੀ ਨੀਤ ਹੈ ਕੁਰਸੀ ਤੇ ਬੈਠਣ ਦੀ, ਤਖਤ ਤੇ ਬੈਠਣ ਦੀ, ਦੁਨੀਆ ਦਾ ਤਖਤ, ਕਿੱਡਾ ਪ੍ਰਬਲ ਲਾਲਚ ਹੈ। ਪਹਿਲਾਂ ਬਹਾਦਰ ਸ਼ਾਹ ਦੇ ਤਾਰਾ ਆਜਮ ਦੇ ਪਿਤਾ ਔਰੰਗਜ਼ੇਬ ਨੇ ਵੇਖੋ ਕੀ ਕੁਝ ਕੀਤਾ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਮਾਰਿਆ, ਆਪਣੇ ਤਿੰਨਾਂ ਭਰਾਵਾਂ ਦਾ ਕਤਲ ਕੀਤਾ। ਦਾਰਾਸ਼ਕ, ਉਹ ਧਰਮੀ ਬੰਦਾ ਸੀ, ਦਾਰਾਸ਼ਕ ਪੀਰਾਂ ਫਕੀਰਾਂ ਦੀ ਸੰਗਤ ਕਰਨ ਵਾਲਾ ਸੀ, ਉਹਦਾ ਵੀ ਸੀਸ ਧੜ ਤੋਂ ਵੱਖਰਾ ਕਰਵਾ ਦਿੱਤਾ ਸੀ ਔਰੰਗਜ਼ੇਬ ਨੇ। ਮੁਰਾਦ ਬਖਸ਼ ਨੂੰ ਮਾਰਿਆ, ਆਪਣੇ ਭਰਾ ਨੂੰ। ਸੁਜਾ ਮੁਹੰਮਦ ਆਪਣੇ ਭਰਾ ਨੂੰ ਮਾਰਿਆ। ਤਿੰਨਾਂ ਭਰਾਵਾਂ ਦਾ ਤੇ ਪਿਤਾ ਦਾ ਕਤਲ ਕਰਕੇ ਫਿਰ ਤਖਤ ਪ੍ਰਾਪਤ ਕੀਤਾ। ਤੇ ਐਸੇ ਤਖਤ ਤੋਂ ਕੀ ਲੈਣਾ? ਪਰ ਲਾਲਚ ਹੀ ਹੈ ਨਾ, ਹਿਰਸ ਹੀ ਹੈ ਨਾ ਐਸਾ। ਲਾਲਚ ਬੰਦੇ ਨੂੰ ਕਿੱਥੋਂ ਤੀਕ ਲੈ ਜਾਂਦਾ। ਐਵੇਂ ਨਹੀਂ ਲਿਖਿਆ ਹੁੰਦਾ ਲਾਲਚ ਬੁਰੀ ਬਲਾ, ਕਿੱਡੀ ਬੁਰੀ ਬਲਾ ਹੈ। ਤਾਂ ਹੀ ਮਹਾਰਾਜ ਨੇ ਗੁਰਬਾਣੀ ਚ ਆਖਿਆ ਵੀ ਲੋਭੀ ਕਾ ਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਲਾਲਚੀ ਬੰਦੇ ਦੇ ਉੱਤੇ ਇਤਬਾਰ ਹੀ ਨਾ ਕਰ, ਵਿਸ਼ਵਾਸ ਹੀ ਨਾ ਕਰ ਕਿ ਉੱਥੇ ਜਾ ਕੇ ਸੁੱਟੇਗਾ ਜਿੱਥੇ ਹੱਥ ਨਹੀਂ ਤੇਰਾ ਪੈਣਾ। ਲੋਭੀ ਕਾ ਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ ਜਿੱਥੇ ਹੱਥ ਨਾ ਪਾਏ। ਤਾਂ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਗਾਉਂਦੇ ਹੁੰਦੇ ਸਨ ਇਹਦੇ ਸੰਬੰਧ ਵਿੱਚ ਵੀ ਇਹ ਲਾਲਚ ਜਿਹੜਾ ਬੜਾ ਪ੍ਰਬਲ ਹੈ, ਵੀ ਇਹ ਐਸੀ ਭਾਵਨਾ ਇਹ ਕੁਰਸੀ ਦੀ ਹੈ, ਇਹ ਤਖਤ ਦੀ ਹੈ, ਦੁਨੀਆ ਦੇ ਰਾਜ ਭਾਗ ਦੀ ਹੈ। ਉਹ ਕਹਿੰਦੇ ਸਨ ਗਾਉਂਦੇ ਹੋਏ ਵੀ ਕੁਰਸੀ ਮੇਜ਼ ਦਾ ਭਾਵੇਂ ਸੰਬੰਧ ਗੂੜਾ। ਵੇਖੋ ਜਿੱਥੇ ਕੁਰਸੀ ਡਾਹੀ ਜਾਂਦੀ ਹੈ ਕਿ ਮੇਜ਼ ਤਾਂ ਲਾਇਆ ਹੀ ਜਾਂਦਾ ਨਾ ਉਹਦੇ। ਜਿੱਥੇ ਦਫ਼ਤਰ ਕੋਈ ਬਣਾਉਂਦਾ ਵਾ ਕੁਰਸੀ ਮੇਜ਼ ਦਾ ਕਹਿੰਦੇ ਸੰਬੰਧ ਬੜਾ ਗੂੜਾ। ਕੁਰਸੀ ਮੇਜ਼ ਦਾ ਭਾਵੇਂ ਸੰਬੰਧ ਗੂੜਾ ਤੇ ਪੂਜੀ ਮੇਜ਼ ਨਾਲੋਂ ਬਹੁਤੀ ਜਾਵੇ ਕੁਰਸੀ। ਕੁਰਸੀ ਮੇਜ਼ ਨਾਲੋਂ ਭਾਵੇਂ ਹੋਵੇ ਛੋਟੀ ਤੇ ਟੌਰ ਮੇਜ਼ ਤੋਂ ਬਹੁਤਾ ਰਖਵਾਏ ਕੁਰਸੀ।
ਬੰਦਾ ਬੰਦੇ ਨੂੰ ਬੰਦਾ ਹੀ ਨਾ ਨਜ਼ਰ ਆਵੇ, ਇੱਥੋਂ ਤੀ ਕਿ ਨਸ਼ਾ ਚੜਾਏ ਕੁਰਸੀ। ਕੁਰਸੀ ਉੱਤੇ ਬਹਿ ਜਾਵੇ ਸਹੀ ਬੰਦਾ, ਉਹੋ ਹੀ ਬੰਦਾ ਹੁੰਦਾ ਜਿਹੜਾ ਪਹਿਲਾਂ ਮਿਲਦਾ ਵਾ, ਤੇ ਜਦੋਂ ਕੁਰਸੀ ਤੇ ਬਹਿ ਜਾਵੇ ਕੁਰਸੀ ਦਾ ਨਸ਼ਾ ਐਸਾ ਚੜ ਜਾਂਦਾ ਉਹਨੂੰ ਸਾਹਮਣਾ ਦਿਸਦਾ ਹੀ ਨਹੀਂ ਅਗਲਾ ਬੰਦਾ। ਬੰਦਾ ਬੰਦੇ ਨੂੰ ਬੰਦਾ ਹੀ ਨਾ ਨਜ਼ਰ ਆਵੇ, ਇੱਥੋਂ ਤੀ ਕਿ ਨਸ਼ਾ ਚੜਾਏ ਕੁਰਸੀ। ਤੇ ਜਦੋਂ ਫਿਰ ਉਸੇ ਕੁਰਸੀ ਤੋਂ ਲੱਥ ਜਾਵੇ ਫਿਰ ਨਜ਼ਰ ਆਉਣ ਲੱਗ ਪੈਂਦਾ। ਲੱਥੇ ਕੁਰਸੀਓਂ ਪੁੱਛੋ ਕਿਸੇ ਵਜ਼ੀਰ ਤਾਈਂ ਕਿ ਕੀ ਹਾਲ ਹੁਣ। ਲੱਥੇ ਕੁਰਸੀਓਂ ਪੁੱਛੋ ਵਜ਼ੀਰ ਤਾਈਂ, ਕਹਿੰਦਾ ਹਾਲ ਹਾਏ ਕੁਰਸੀ ਹਾਏ ਕੁਰਸੀ। ਕਹਿੰਦੇ ਲੱਥਾ ਹੋਇਆ ਫਿਰ ਵੀ ਹਾਏ ਹਾਏ ਕੁਰਸੀ ਨੂੰ ਹੀ ਕਰਦਾ ਰਹਿੰਦਾ। ਲੱਥੇ ਕੁਰਸੀਓਂ ਕਿਸੇ ਵਜ਼ੀਰ ਤਾਈਂ ਪੁੱਛੋ ਹਾਲ ਕੀ ਏ, ਕਹਿੰਦਾ ਹਾਏ ਕੁਰਸੀ ਹਾਏ ਕੁਰਸੀ। ਇਹ ਦੁਨੀਆ ਦੀ ਕੁਰਸੀ ਵਾਸਤੇ, ਦੁਨੀਆ ਦੀ ਅਹੁਦੇ ਮੁਰਾਤਬੇ ਵਾਸਤੇ, ਰਾਜ ਭਾਗ ਵਾਸਤੇ ਆਪਣੇ ਪਰਿਵਾਰ ਦਾ ਵੀ ਬੰਦਾ ਕਤਲ ਕਰ ਦਿੰਦਾ। ਇਹ ਲੋਭ ਦੀ ਹੈ ਸਾਧ ਸੰਗਤ ਜੀ, ਸਾਰਾ ਲੋਭ ਦਾ ਹੀ ਹੈ ਨਾ ਕਾਰਨ। ਇਹਦੇ ਸੰਬੰਧ ਵਿੱਚ ਸਵਾਮੀ ਬ੍ਰਹਮਦੇਵ ਉਦਾਸੀ ਬਹੁਤ ਵਿਦਵਾਨ ਹੋਏ ਆ ਗੁਰਮੁਖ ਪਿਆਰੇ, ਉਹਨਾਂ ਨੇ ਲਿਖਿਆ ਸਵਾਰਥ ਦੇ ਸਮੇਂ ਮੁੱਖ ਹੋਰ ਹੁੰਦਾ ਹੈ ਲੋਭੀਆਂ ਦਾ, ਸਵਾਰਥ ਸਰੇ ਦੇ ਪਿੱਛੋਂ ਹੁੰਦਾ ਹੈ ਮੁੱਖ ਹੋਰ ਹੋਰ। ਸਵਾਰਥ ਦੇ ਸਮੇਂ ਬਣ ਬਗਲੇ ਭਗਤ ਜਾਂਦੇ, ਸਵਾਰਥ ਸਰੇ ਦੇ ਪਿੱਛੋਂ ਹੁੰਦੇ ਜਾਣ ਖੋਰ ਖੋਰ। ਸਵਾਰਥ ਦੇ ਸਮੇਂ ਜਿਹਨੂੰ ਆਖਦੇ ਧਰਮ ਪੁੱਤ, ਸਵਾਰਥ ਸਰੇ ਦੇ ਪਿੱਛੋਂ ਕਹਿੰਦੇ ਜਾਣ ਖੋਰ ਖੋਰ। ਲੋਭੀਆਂ ਦੇ ਜਾਲ ਵਿੱਚੋਂ ਬਚਿਓ ਬ੍ਰਹਮਦੇਵ, ਸੱਪ ਵੀ ਖਾ ਜਾਂਦੇ ਹੁੰਦੇ ਵੇਖਣ ਚ ਮੋਰ ਮੋਰ। ਜਿਹੜਾ ਮੋਰ ਵਾ ਨਾ ਪਹਿਲਾਂ ਪਾਉਂਦਾ ਹੀ ਬੜਾ ਸੋਹਣਾ ਲੱਗਦਾ, ਪਰ ਮੋਰ ਸੱਪ ਨੂੰ ਖਾ ਜਾਂਦਾ ਵਾ। ਜੇ ਮੋਰ ਦੇ ਸਾਹਮਣੇ ਸੱਪ ਆ ਜਾਵੇ ਨਾ, ਸੱਪ ਨੂੰ ਖਾ ਜਾਂਦਾ ਮੋਰ। ਇਸ ਕਰਕੇ ਉਹ ਕਹਿੰਦੇ ਵੀ ਇਹ ਲੋਭੀ ਜਿਹੜਾ ਬੰਦਾ ਹੈ ਨਾ, ਇਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ। ਤਾਂ ਹੁਣ ਇਹ ਬਹਾਦਰ ਸ਼ਾਹ ਜਿਹੜਾ ਵਾ, ਇਹਦੇ ਮਨ ਦੇ ਵਿੱਚ ਸ਼ੰਕਾ ਹੈ ਵੀ ਹੁਣ ਮੇਰੀ ਜਾਨ ਨੂੰ ਵੀ ਖਤਰਾ ਹੈ। ਵੀ ਤਾਰਾ ਅੱਜ ਮੇਰਾ ਭਰਾ ਤਖਤ ਤੇ ਬੈਠ ਗਿਆ ਵਾ, ਉਹ ਬਾਦਸ਼ਾਹ ਬਣ ਗਿਆ ਵਾ, ਫੌਜਾਂ ਸਾਰੀਆਂ ਉਹਦੇ ਅਧੀਨ ਹੋ ਗਈਆਂ। ਇਸ ਕਰਕੇ ਉਹ ਮੈਨੂੰ ਹੁਣ ਜਿਉਂਦਾ ਨਹੀਂ ਰਹਿਣ ਦੇਵੇਗਾ, ਮੈਨੂੰ ਮਰਵਾ ਦੇਵੇਗਾ। ਮੇਰਾ ਭਰਾ ਮੈਨੂੰ ਗ੍ਰਿਫਤਾਰ ਕਰਵਾ ਕੇ ਫੜ ਕੇ ਮੈਨੂੰ ਤੇ ਮਰਵਾ ਦੇਵੇਗਾ। ਉਸ ਮੌਕੇ ਤੇ ਕੋਈ ਵੀ ਬਲ ਵਾਲਾ ਮੈਨੂੰ ਬਚਾ ਨਹੀਂ ਸਕੇਗਾ, ਕਿਉਂਕਿ ਮੇਰੇ ਭਰਾ ਦੇ ਹੁਣ ਕਮਾਨ ਥੱਲੇ 22 ਲੱਖ ਫੌਜ ਆ। ਜਿਹੜੀ ਔਰੰਗਜ਼ੇਬ ਦੀ ਫੌਜ ਸੀ ਉਹ ਫਿਰ ਸਾਰੀ ਉਹਦੇ ਭਰਾ ਕੋਲ ਹੀ ਆ ਗਈ ਨਾ, ਤਾਰੇ ਆਜਮ ਕੋਲ। 22 ਲੱਖ ਫੌਜ ਕਿੰਨੀ ਫੌਜ ਹੁੰਦੀ ਹੈ। ਇਸ ਕਰਕੇ ਖਿਆਲ ਕਰਦਾ ਬਹਾਦਰ ਸ਼ਾਹ ਵੀ ਮੇਰੇ ਭਰਾ ਤਾਰਾ ਆਜਮ ਕੋਲੇ 22 ਲੱਖ ਫੌਜਾਂ ਹਨ, ਤੇ ਮੇਰੇ ਕੋਲੇ ਇੰਨੀਆਂ ਫੌਜਾਂ ਹੈ ਨਹੀਂ, ਮੇਰੇ ਕੋਲੇ ਗਿਣਤੀ ਦੇ ਸਿਪਾਹੀ ਆ। ਤੇ ਹੁਣ 22 ਲੱਖ ਫੌਜਾਂ ਦੇ ਨਾਲ ਮੈਂ ਆਪਣੇ ਭਰਾ ਦੇ ਸਾਹਮਣੇ ਜੰਗ ਨਹੀਂ ਕਰ ਸਕਾਂਗਾ। ਜਿਹੜੇ ਆਪਣੇ ਨਾਲ ਹਿੱਤ ਰੱਖਣ ਵਾਲੇ ਸੀ ਨਾ, ਆਪਣੇ ਪ੍ਰੇਮੀ, ਉਹਨਾਂ ਨੂੰ ਬੁਲਾਇਆ ਹੈ, ਸਿਪਾਹੀਆਂ ਨੂੰ, ਅਹੁਦੇਦਾਰਾਂ ਨੂੰ ਆਪਣੇ ਪਾਸ ਬਿਠਾ ਕੇ ਤੇ ਸਾਰਿਆਂ ਨੂੰ ਆਪਣਾ ਹਾਲਾਤ ਜਿਹੜਾ ਹੈ ਨਾ, ਆਪਣਾ ਹਾਲ ਸੁਣਾਇਆ ਹੈ। ਆਪਣੇ ਪ੍ਰੇਮੀਆਂ ਦੇ ਨਾਲ ਪੁੱਛਦਾ ਬਹਾਦਰ ਸ਼ਾਹ ਹਿੱਤ ਕਰਨ ਵਾਲਿਆਂ ਦੇ ਨਾਲ ਵੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ। ਹੁਣ ਭਰਾ ਤਾਂ ਮੇਰਾ ਤਾਰਾ ਆਜਮ, ਉਹਨੇ ਤਖਤ ਸੰਭਾਲ ਲਿਆ ਵਾ, ਪਿਤਾ ਦੀ ਮੌਤ ਹੋ ਗਈ ਔਰੰਗਜ਼ੇਬ ਦੀ। ਹੁਣ ਮੈਨੂੰ ਕੀ ਕਰਨਾ ਚਾਹੀਦਾ? ਮੇਰੇ ਭਰਾ ਦੇ ਕੋਲੇ 22 ਲੱਖ ਫੌਜਾਂ ਵਾ, ਜੰਗ ਮੈਂ ਕਰ ਨਹੀਂ ਸਕਦਾ, ਤੇ ਮੈਨੂੰ ਕਰਨਾ ਕੀ ਚਾਹੀਦਾ ਹੈ? ਜਿਸ ਕਰਕੇ ਮੈਂ ਜਿਉਂਦਾ ਰਹਿ ਜਾਵਾਂ, ਮੇਰੇ ਪ੍ਰਾਣ ਬਚ ਜਾਣ, ਤੇ ਜਾਂ ਕਿਤੇ ਭੱਜ ਕੇ ਚਲੇ ਜਾਈਏ, ਕਿਸੇ ਥਾਂ ਤੇ ਆਪਣਾ ਟਿਕਾਣਾ ਮਜ਼ਬੂਤ ਕਰ ਲਈਏ, ਜਾਂ ਕੋਈ ਬਲੀ ਹੋਵੇ ਜਿਹੜਾ ਸਾਡੀ ਮਦਦ ਕਰ ਜਾਵੇ, ਸਾਡਾ ਸਹਾਇਕ ਕੋਈ ਬਣੇ, ਐਸਾ ਕੋਈ ਬਲੀ ਹੋਵੇ, ਜਾਂ ਕੋਈ ਪੀਰ ਹੋਵੇ, ਜਾਂ ਕੋਈ ਫਕੀਰ ਹੋਵੇ, ਜਾਂ ਕੋਈ ਔਲੀਆ ਹੋਵੇ।
ਔਲੀਆ ਉਸ ਨੂੰ ਕਹਿੰਦੇ ਆ ਜਿਹਦੇ ਵਿੱਚ ਬਹੁਤ ਤਾਕਤ ਤੇ ਅਜ਼ਮਤ ਹੈ, ਬਹੁਤ ਕਰਾਮਾਤਾਂ ਆਪਣੇ ਵਿੱਚ ਰੱਖਦਾ ਹੈ। ਮੁਸਲਮਾਨੀ ਮਤ ਵਿੱਚ ਉਹਨੂੰ ਔਲੀਆ ਕਹਿੰਦੇ। ਜਿਵੇਂ ਆਪਣੇ ਕਹਿੰਦੇ ਆ ਪੂਰਨ ਸੰਤ, ਐ ਪੁੱਗਿਆ ਹੋਇਆ ਸਾਧੂ, ਉਧਰ ਕਹਿੰਦੇ ਔਲੀਆ ਪੂਰਾ ਅਜ਼ਮਤਾਂ ਵਾਲਾ। ਤਾਂ ਕੋਈ ਐਸਾ ਪੀਰ ਫਕੀਰ ਕੋਈ ਔਲੀਆ ਹੋਵੇ, ਆਪਣੇ ਸੰਗੀਆਂ ਸਾਥੀਆਂ ਨੂੰ ਬਹਾਦਰ ਸ਼ਾਹ ਕਹਿੰਦਾ ਹੈ ਵੀ ਭਾਲ ਕਰੋ, ਕੋਈ ਇਸ ਤਰ੍ਹਾਂ ਦਾ ਪੀਰ ਫਕੀਰ ਕੋਈ ਔਲੀਆ ਮਿਲ ਜਾਵੇ ਤੇ ਜਿਵੇਂ ਉਹ ਕਹੇ ਤੇ ਉਸੇ ਤਰ੍ਹਾਂ ਅਸੀਂ ਕੰਮ ਕਰੀਏ। ਜਿੱਥੇ ਕਿਤੇ ਵੀ ਕੋਈ ਐਸਾ ਪੀਰ ਫਕੀਰ ਔਲੀਆ ਹੋਵੇ, ਉੱਥੇ ਅੱਜ ਹੀ ਆਦਮੀ ਭੇਜੀਏ। ਉਸ ਮੌਕੇ ਤੇ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਕੋਲੇ ਸਨ। ਇਹ ਭਾਈ ਨੰਦ ਲਾਲ ਜੀ, ਇਹ ਪਹਿਲਾਂ ਦੀ ਗਾਥਾ ਹੈ ਸਾਧ ਸੰਗਤ ਜੀ। ਇਹ ਦਿੱਲੀ ਬਹਾਦਰ ਸ਼ਾਹ ਨੂੰ ਪੜ੍ਹਾਇਆ ਕਰਦੇ ਸੀ ਭਾਈ ਨੰਦ ਲਾਲ ਜੀ, ਤੇ ਇਹ ਮੁਨਸ਼ੀ ਸੀ। ਬਹਾਦਰ ਸ਼ਾਹ ਨੂੰ ਜਿੱਥੇ ਪੜ੍ਹਾਉਂਦੇ ਸੀ ਉੱਥੇ ਮੁਨਸ਼ੀ ਦੀ ਨੌਕਰੀ ਵੀ ਕਰਦੇ ਸਨ ਭਾਈ ਨੰਦ ਲਾਲ ਜੀ। ਤੇ ਇਹ ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸੀ ਭਾਈ ਨੰਦ ਲਾਲ ਜੀ। ਤਾਂ ਫਿਰ ਇੱਥੇ ਪੜ੍ਹਾਉਂਦਿਆਂ ਹੋਇਆਂ ਇੱਕ ਦਿਨ ਔਰੰਗਜ਼ੇਬ ਦੀ ਸਭਾ ਦੇ ਵਿੱਚ ਕੁਰਾਨ ਦੀਆਂ ਕੋਈ ਐਤਾਂ ਦੀ ਅਰਥਾਂ ਦੀ ਗੱਲ ਚੱਲੀ। ਮੁਲਾਣਿਆਂ ਨੇ, ਮੌਲਵੀਆਂ ਨੇ ਉਹ ਐਤਾਂ ਦੇ ਅਰਥ ਕਰ ਕਰਕੇ ਸੁਣਾਏ, ਕਾਜ਼ੀਆਂ ਨੇ ਸੁਣਾਏ, ਹੋਰ ਵਿਦਵਾਨ ਸੀ ਉਹਨਾਂ ਸੁਣਾਏ, ਤੇ ਔਰੰਗਜ਼ੇਬ ਦੀ ਪੂਰੀ ਤਸੱਲੀ ਨਾ ਹੋਈ। ਤੇ ਉਹ ਬਹਾਦਰ ਸ਼ਾਹ ਨੇ ਵੀ ਉਹ ਸਾਰੀ ਗੱਲਬਾਤ ਸੁਣੀ ਸੀ। ਫਿਰ ਭਾਈ ਨੰਦ ਲਾਲ ਜੀ ਤੋਂ ਇਹ ਪੜ੍ਹਦੇ ਸੀ ਬਹਾਦਰ ਸ਼ਾਹ। ਇਹਨਾਂ ਨੇ ਗੱਲ ਕੀਤੀ ਉਸ ਕੁਰਾਨ ਦੀਆਂ ਐਤਾਂ ਦੀ ਭਾਈ ਨੰਦ ਲਾਲ ਜੀ ਦੇ ਪਾਸ। ਤੇ ਭਾਈ ਨੰਦ ਲਾਲ ਜੀ ਕਹਿੰਦੇ ਵੀ ਅਰਥ ਤਾਂ ਮੈਂ ਬਹਾਦਰ ਸ਼ਾਹ ਤੈਨੂੰ ਵੀ ਪੜ੍ਹਾ ਦੇਵਾਂ, ਤੂੰ ਵੀ ਕਰ ਦੇਵੇਂਗਾ ਜਾ ਕੇ, ਪਰ ਤੇਰੇ ਤੋਂ ਪੂਰੀ ਗੱਲ ਨਹੀਂ ਬਣਨੀ, ਅਰਥ ਤੇਰੇ ਤੋਂ ਹੋਣੇ ਨਹੀਂਗੇ ਉਸ ਤਰ੍ਹਾਂ। ਤੂੰ ਮੈਨੂੰ ਸਭਾ ਵਿੱਚ ਲੈ ਕੇ ਚੱਲ, ਆਪਣੇ ਪਿਤਾ ਤੋਂ ਆਗਿਆ ਲੈ, ਜੇ ਉਹ ਕਹਿਣ ਤੇ ਮੈਂ ਅਰਥ ਕਰਕੇ ਸੁਣਾ ਦੇਣਾ। ਫਿਰ ਉਹ ਗੱਲਬਾਤ ਹੋਈ ਤੇ ਔਰੰਗਜ਼ੇਬ ਨੇ ਆਖਿਆ ਵੀ ਸੁਣਾਵੇ। ਭਾਈ ਨੰਦ ਲਾਲ ਨੇ ਔਰੰਗਜ਼ੇਬ ਦੀ ਸਭਾ 'ਚ ਦਿੱਲੀ ਜਦੋਂ ਕੁਰਾਨ ਦੀਆਂ ਉਹ ਐਤਾਂ ਦੇ ਅਰਥ ਕਰਕੇ ਸੁਣਾਏ ਤੇ ਔਰੰਗਜ਼ੇਬ ਆਸ਼ਚ ਕਰ ਉੱਠਿਆ। ਉਹ ਹੈਰਾਨ ਹੋ ਗਿਆ ਵੀ ਇੰਨੇ ਇਸ ਤਰੀਕੇ ਦੇ ਅਰਥ ਤਾਂ ਸਾਡੇ ਮੁਸਲਮਾਨ ਮੌਲਵੀ ਨਹੀਂ ਜਾਣਦੇ, ਕਾਜੀ ਨਹੀਂ ਜਾਣਦੇ, ਇਸ ਤਰ੍ਹਾਂ ਦੇ ਅਰਥ ਮੈਨੂੰ ਨਹੀਂ ਆਉਂਦੇ ਜਿਸ ਤਰ੍ਹਾਂ ਦੇ ਅਰਥ ਇਸ ਹਿੰਦੂ ਵਿਦਵਾਨ ਨੇ ਕੀਤੇ। ਭਾਈ ਨੰਦ ਲਾਲ ਜੀ ਦਾ ਜਨਮ ਜਿਹੜਾ ਹਿੰਦੂ ਘਰ ਦਾ, ਕਿ ਜਿਸ ਤਰ੍ਹਾਂ ਦੇ ਅਰਥ ਇਸ ਹਿੰਦੂ ਨੇ ਕਰ ਦਿੱਤੇ। ਭਾਈ ਨੰਦ ਲਾਲ ਜੀ ਤਾਂ ਅਰਥ ਕਰਕੇ ਆ ਗਏ ਵਾਪਸ ਆਪਣੇ ਟਿਕਾਣੇ ਤੇ। ਬਾਅਦ ਵਿੱਚ ਕਾਜ਼ੀਆਂ ਮੌਲਵੀਆਂ ਦੇ ਨਾਲ ਔਰੰਗਜ਼ੇਬ ਨੇ ਸਲਾਹ ਕੀਤੀ ਕਿ ਇਹ ਨੰਦ ਲਾਲ ਹਿੰਦੂ ਧਰਮ 'ਚ ਨਹੀਂ ਹੋਣਾ ਚਾਹੀਦਾ, ਇਹਨੂੰ ਆਪਾਂ ਆਪਣੇ ਧਰਮ 'ਚ ਲਿਆਈਏ, ਇਹਨੂੰ ਮੁਸਲਮਾਨ ਲਿਆਈਏ। ਉਹਦੀ ਨੀਤ ਤਾਂ ਖੋਟੀ ਆ ਸਾਧ ਸੰਗਤ ਜੀ, ਪਰ ਜੇ ਦੂਜਾ ਪੱਖ ਵੇਖੀਏ ਤੇ ਔਰੰਗਜ਼ੇਬ ਚਾਹੁੰਦਾ ਵਾ ਵੀ ਜਿਹੜਾ ਵੀ ਵੱਡਾ ਵਿਦਵਾਨ ਵਾ ਉਹ ਮੇਰੇ ਧਰਮ ਵਿੱਚ ਹੋਣਾ ਚਾਹੀਦਾ, ਮੇਰੇ ਧਰਮ ਦੀ ਗੱਲ ਕਰੇ। ਇੱਥੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ, ਕਿਉਂਕਿ ਮਹਾਰਾਜ ਨੇ ਆਖਿਆ ਵਾ ਵੀ ਜਿਹੜਾ ਗੁਣ ਵਾ ਉਹ ਤਾਂ ਕਿਸੇ ਦੁਸ਼ਮਣ ਤੋਂ ਵੀ ਲੈ ਲੈਣਾ ਚਾਹੀਦਾ, ਜਿਹੜਾ ਔਗਣ ਵਾ ਉਹ ਆਪਣੇ ਮਿੱਤਰ ਦਾ ਵੀ ਛੱਡ ਦੇਣਾ ਚਾਹੀਦਾ। ਗੁਣ ਕਿਤੋਂ ਵੀ ਮਿਲੇ ਦੁਨੀਆ 'ਚ ਜਾਂਦਿਆਂ ਉੱਥੋਂ ਲੈ ਲਵੋ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ ਹੈ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਭਾਵੇਂ ਔਰੰਗਜ਼ੇਬ ਦੀ ਨੀਤ ਖੋਟੀ ਆ, ਉਹ ਦੂਜੇ ਦੇ ਧਰਮ ਵਿੱਚ ਦਖਲਅੰਦਾਜ਼ੀ ਦਿੰਦਾ ਵਾ, ਪਰ ਇੱਥੋਂ ਇੱਕ ਸਿੱਖਿਆ ਮਿਲਦੀ ਆ ਵੀ ਆਪਣੇ ਧਰਮ ਦੇ ਵਿਦਵਾਨਾਂ ਨੂੰ ਸੰਭਾਲਣਾ ਚਾਹੀਦਾ। ਜਿਹੜੇ ਵਿਦਵਾਨ ਵਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ, ਉਹਨਾਂ ਨੂੰ ਸੰਭਾਲਣਾ ਚਾਹੀਦਾ ਵਾ, ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ। ਜਿਸ ਵੇਲੇ ਇਹ ਗੱਲ ਹੋਈ ਬਹਾਦਰ ਸ਼ਾਹ ਨੂੰ ਪਤਾ ਲੱਗਾ, ਤੇ ਬਹਾਦਰ ਸ਼ਾਹ ਨੇ ਆ ਕੇ ਪੜ੍ਹਦਾ ਸੀ ਨਾ ਨੰਦ ਲਾਲ ਦੇ ਪਾਸੇ, ਦੱਸਿਆ ਵੀ ਇਸ ਤਰ੍ਹਾਂ ਮੇਰੇ ਪਿਤਾ ਜੀ ਇਹ ਖਿਆਲ ਕਰ ਰਹੇ ਆ। ਇੱਕ ਹੋਰ ਭਾਈ ਨੰਦ ਲਾਲ ਜੀ ਦੇ ਮਿੱਤਰ ਸੀ, ਉਹਨਾਂ ਨੇ ਵੀ ਦੱਸਿਆ। ਉਹਨੇ ਆਖਿਆ ਵੀ ਮਿੱਤਰਾ ਤੂੰ ਅਰਥ ਤਾਂ ਕਰ ਰਿਹਾ ਨਾ, ਹੁਣ ਖਤਰਾ ਹੀ ਤੈਨੂੰ,
ਉਹ ਔਰੰਗਜ਼ੇਬ ਦੀ ਨੀਤ ਬਦਲ ਗਈ। ਉਹ ਕਹਿੰਦਾ ਮੁਸਲਮਾਨ ਬਣਾਓ ਇਹਨੂੰ, ਇਹ ਹਿੰਦੂ ਨਹੀਂ ਚਾਹੀਦਾ। ਹੁਣ ਬਚ ਜਾ ਜੇ ਬਚਿਆ ਜਾਂਦਾ ਹੀ ਨਹੀਂ। ਅਰਥ ਤਾਂ ਤੂੰ ਕਰ ਦਿੱਤੇ ਆ, ਪਰ ਹੁਣ ਤੇਰੇ ਧਰਮ ਨੂੰ ਖਤਰਾ। ਹੁਣ ਤੈਨੂੰ ਹਿੰਦੂ ਨਹੀਂ ਰਹਿਣ ਦੇਵੇਗਾ, ਤੈਨੂੰ ਮੁਸਲਮਾਨ ਬਣਾਵੇਗਾ ਉਹ। ਫਿਰ ਆਖਿਆ ਵੀ ਕਿਵੇਂ ਹੁਣ ਮੈਂ ਬਚਾਂ, ਸਾਰੇ ਪਾਸੇ ਰਾਜ ਤੇ ਇਹਦਾ ਹੀ ਆ। ਉਹ ਮਿੱਤਰ ਨੇ ਦੱਸਿਆ ਸੀ ਵੀ ਇੱਕ ਟਿਕਾਣਾ ਜਿੱਥੇ ਇਹਦਾ ਰਾਜ ਨਹੀਂ, ਉਹ ਆ ਆਨੰਦਪੁਰ ਸਾਹਿਬ ਦੀ ਧਰਤੀ। ਭਾਈ ਨੰਦ ਲਾਲ ਨੇ ਆਖਿਆ ਉਹ ਵੀ ਤਾਂ ਹਿੰਦੁਸਤਾਨ ਦੇ ਵਿੱਚ ਹੀ ਆ, ਭਾਰਤ ਦੇ ਵਿੱਚ ਹੀ ਆ, ਉੱਥੇ ਵੀ ਤਾਂ ਔਰੰਗਜ਼ੇਬ ਦਾ ਰਾਜ ਹੀ ਆ। ਉਹਨੇ ਆਖਿਆ ਨਹੀਂ, ਉਸ ਧਰਤੀ ਤੇ ਔਰੰਗਜ਼ੇਬ ਦਾ ਰਾਜ ਨਹੀਂ, ਉੱਥੇ ਗੁਰੂ ਗੋਬਿੰਦ ਸਿੰਘ ਦਾ ਰਾਜ ਵਾ। ਤੂੰ ਉੱਥੇ ਚਲੇ ਜਾ, ਉੱਥੇ ਬਚ ਸਕਦਾ ਜਾ ਕੇ। ਫਿਰ ਭਾਈ ਨੰਦ ਲਾਲ ਜੀ ਇਹ ਦਿੱਲੀੋਂ ਚੱਲ ਕੇ ਸਾਧ ਸੰਗਤ ਜੀ ਇਹ ਆਨੰਦਪੁਰ ਸਾਹਿਬ ਆਏ ਸਨ। ਮਹਾਰਾਜ ਸਾਹਿਬ ਜੀ ਦੀ ਸੰਗਤ ਕੀਤੀ ਤੇ ਬਹਾਦਰ ਸ਼ਾਹ ਨੂੰ ਇਹ ਪੜ੍ਹਾਉਂਦੇ ਰਹੇ ਸੀ। ਉਸਤਾਦ ਤੇ ਸ਼ਾਗਿਰਦ ਵਾਲਾ ਸੰਬੰਧ ਵਾ। ਇਸ ਕਰਕੇ ਕਈ ਵਾਰੀ ਮਹਾਰਾਜ ਸਾਹਿਬ ਜੀ ਤੋਂ ਆਗਿਆ ਲੈ ਕੇ ਬਹਾਦਰ ਸ਼ਾਹ ਨੂੰ ਮਿਲਣ ਚਲੇ ਜਾਇਆ ਕਰਦੇ ਸੀ ਭਾਈ ਨੰਦ ਲਾਲ ਜੀ। ਹੁਣ ਜਦੋਂ ਇਹ ਬਲਖ ਬਖਾਰੇ ਤੋਂ ਆਏ ਆ ਨਾ, ਤੇ ਉਸ ਮੌਕੇ ਤੇ ਇੱਥੇ ਜ਼ਿਕਰ ਆਇਆ ਵੀ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਕੋਲੇ ਸੀ ਜਦੋਂ ਉਹਨੇ ਸਲਾਹ ਕੀਤੀ ਆਪਣੇ ਪ੍ਰੇਮੀਆਂ ਦੇ ਨਾਲ, ਆਪਣੇ ਵਜ਼ੀਰਾਂ ਮੰਤਰੀਆਂ ਦੇ ਨਾਲ ਵੀ ਹੁਣ ਮੇਰਾ ਭਰਾ ਤਖਤ ਤੇ ਬੈਠ ਗਿਆ, ਪਿਤਾ ਮੇਰਾ ਚੜ੍ਹਾਈ ਕਰ ਗਿਆ, ਹੁਣ ਮੇਰੀ ਜਾਨ ਨੂੰ ਵੀ ਖਤਰਾ ਹੈ, ਤੇ ਦੱਸੋ ਕੋਈ ਪੀਰ ਫਕੀਰ, ਕੋਈ ਔਲੀਆ, ਕੋਈ ਮੇਰੀ ਸਹਾਇਤਾ ਕਰ ਸਕੇ। ਜਦੋਂ ਇਹ ਸਾਰੀ ਗੱਲ ਪੁੱਛ ਰਹੇ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਾਲੇ ਭਾਈ ਨੰਦ ਲਾਲ ਜੀ ਉਹ ਉਸ ਮੌਕੇ ਤੇ ਬਹਾਦਰ ਸ਼ਾਹ ਨੂੰ ਮਿਲਣ ਗਏ ਹੋਏ ਸੀ ਤੇ ਬਹਾਦਰ ਸ਼ਾਹ ਦੇ ਪਾਸ ਬੈਠੇ ਹੋਏ ਸੀ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਉਸ ਮੌਕੇ ਬਚਨ ਕਿਹਾ, ਕਹਿੰਦੇ ਵੀ ਇਸ ਮੌਕੇ ਤੇ ਇੱਕੋ ਗੁਰੂ ਆ ਜੋ ਐਸਾ ਸਾਹਿਬ ਮਾਲਕ ਹੈ ਤੇ ਮੈਂ ਜਾਣਿਆ ਹੈ। ਉਸ ਗੁਰੂ ਦੇ ਬਰਾਬਰ ਦੁਨੀਆ ਤੇ ਹੋਰ ਕੋਈ ਬਲੀ ਪ੍ਰਾਪਤ ਨਹੀਂ ਹੋ ਸਕਦਾ, ਨਾ ਕੋਈ ਪੀਰ, ਨਾ ਕੋਈ ਫਕੀਰ, ਨਾ ਕੋਈ ਔਲੀਆ ਹੋ ਸਕਦਾ ਉਸ ਗੁਰੂ ਦੇ ਬਰਾਬਰ। ਭਾਈ ਨੰਦ ਲਾਲ ਜੀ ਨੇ ਆਖਿਆ, ਬਹਾਦਰ ਸ਼ਾਹ ਭਾਵੇਂ ਸਾਰਾ ਸੰਸਾਰ ਤੋਂ ਖੋਜ ਲਾ, ਸਾਰੇ ਸੰਸਾਰ ਦੇ ਵਿੱਚ ਭਾਲ ਲੈਣਾ ਕਰ, ਤੁਸੀਂ ਵੀ ਭਲੀ ਪ੍ਰਕਾਰ ਜਾਣਦੇ ਹੋ ਇਸ ਗੱਲ ਨੂੰ। ਜਿਨ੍ਹਾਂ ਦੀ ਕਰਾਮਾਤ ਸਾਰਿਆਂ ਦੇ ਵਿੱਚ ਪ੍ਰਗਟ ਹੈ, ਜੇ ਉਹ ਕਿਰਪਾ ਕਰਦੇ ਨੇ ਬਹਾਦਰ ਸ਼ਾਹ ਤੇਰੇ ਤੇ ਤੇਰੇ ਸਹਾਈ ਬਣ ਜਾਣ, ਤਾਂ ਤੂੰ ਸੰਸਾਰ ਦੀ ਇਹ ਸਲਤਨਤ, ਇਹ ਸੰਸਾਰ ਦੀ ਬਾਦਸ਼ਾਹੀ ਤੂੰ ਪ੍ਰਾਪਤ ਕਰ ਲਵੇਂਗਾ। ਭਾਈ ਨੰਦ ਲਾਲ ਜੀ ਤੋਂ ਸੁਣ ਕੇ ਬਹਾਦਰ ਸ਼ਾਹ ਨੂੰ ਚਾਅ ਚੜ ਗਿਆ, ਆਨੰਦ ਸਹਿਤ ਹੋ ਗਿਆ। ਕਹਿਣ ਲੱਗਾ ਵੀ ਨਿਸ਼ਚੇ ਉਹ ਜਗਤ ਦੇ ਬੰਦਨਾ ਯੋਗ ਹਨ, ਨਮਸਕਾਰ ਕਰਨ ਦੇ ਯੋਗ ਹਨ। ਤੇ ਬਹਾਦਰ ਸ਼ਾਹ ਨੇ ਆਖਿਆ ਵੀ ਹੇ ਮੁਨਸ਼ੀ ਸੁਣ, ਤੇਰੇ ਤੋਂ ਬਿਨਾਂ ਕੌਣ ਜਾ ਸਕਦਾ। ਭਾਈ ਨੰਦ ਲਾਲ ਜੀ ਨੂੰ ਮੁਨਸ਼ੀ ਆਖਿਆ ਕਿ ਹੇ ਮੁਨਸ਼ੀ ਸੁਣ, ਤੁਝ ਬਿਨ ਕੋ ਜਾਏ, ਤੇਰੇ ਤੋਂ ਬਿਨਾਂ ਕੌਣ ਜਾਵੇਗਾ। ਜੇ ਕੋਈ ਦੂਸਰਾ ਚਲੇ ਵੀ ਜਾਵੇ ਤੇ ਦੂਸਰਾ ਉਹਨਾਂ ਨੂੰ ਰਿਝਾ ਨਹੀਂ ਸਕਦਾ, ਪ੍ਰਸੰਨ ਨਹੀਂ ਕਰ ਸਕਦਾ ਤੁਹਾਡੇ ਤੋਂ ਬਿਨਾਂ। ਤੁਹਾਡੇ ਤੇ ਬਹੁਤੀ ਉਹ ਕਿਰਪਾ ਕਰਦੇ ਆ। ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਭਾਈ ਨੰਦ ਲਾਲ ਜੀ ਤੁਹਾਡੇ ਤੇ ਬਹੁਤ ਕਿਰਪਾ ਹੈ। ਇਸ ਕਰਕੇ ਇਹ ਹਾਕਮ ਰਾਏ ਇਹ ਸਾਰੇ ਤੇਰੇ ਨਾਲ ਹੋਣਗੇ। ਇਹ ਭਾਈ ਨੰਦ ਲਾਲ ਜੀ ਜਿੱਥੇ ਵੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਨਾ, ਉੱਥੇ ਤੁਸੀਂ ਛੇਤੀ ਪਹੁੰਚ ਜਾਓ ਬਿਨਾਂ ਦੇਰੀ ਤੋਂ, ਤੇ ਕਾਰਜ ਸਿੱਧ ਕਰਕੇ ਫੇਰ ਇੱਧਰ ਆ ਜਾਵੋ। ਇਸ ਤੇ ਆਦਿਕ, ਇਸ ਤੋਂ ਆਦਿਕ ਗੱਲਾਂ ਬਾਤਾਂ ਕਹਿ ਸੁਣ ਕਰਕੇ ਭਾਈ ਨੰਦ ਲਾਲ ਜੀ ਦੀ ਤਿਆਰੀ ਕਰਵਾਈ। ਫਿਰ ਕਿਸੇ ਤੋਂ ਇਹ ਸਾਰੀ ਖਬਰਸਾਰ ਸੁਣੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਘੌਰ ਸ਼ਹਿਰ ਦੇ ਇਲਾਕੇ ਵਿੱਚ ਹਨ, ਰਾਜਪੂਤਾਂ ਦੇ ਇਲਾਕੇ ਦੇ ਵਿੱਚ ਹਨ, ਉਦੈਪੁਰ ਰਾਜ ਦੇ ਇਲਾਕੇ ਵਿੱਚ। ਸਤਿਗੁਰੂ ਜੀ ਦੱਖਣ ਵੱਲ ਨੂੰ ਜਾਂਦੇ ਹੋਇਆਂ ਵਿਚਰਦੇ ਵਿਚਰਦੇ ਉਧਰ ਨੂੰ ਗਏ ਹਨ।
ਇਸ ਤਰ੍ਹਾਂ ਰਾਏ ਤੇ ਹਾਕਮ ਆਦਿਕ ਨਾਲ ਲੈ ਲਏ। ਕੁਝ ਆਦਮੀਆਂ ਨੂੰ ਨਾਲ ਲੈ ਕੇ ਬਹਾਦਰ ਸ਼ਾਹ ਦੇ ਕਹਿਣ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਸ ਤਰ੍ਹਾਂ ਜਿੱਧਰ ਜਾਣਿਆ ਨਾ ਵੀ ਸਤਿਗੁਰੂ ਜੀ ਇੱਧਰਲੇ ਪਾਸੇ ਹਨ ਉਧਰ ਨੂੰ ਚੱਲੇ। ਸਤਿਗੁਰੂ ਨੇ ਜਿੱਥੇ ਭਗੌਰ ਦੇ ਵਿੱਚ ਇਹ ਦੁਸ਼ਟਾਂ ਨੂੰ ਸੋਧਾ ਲਾ ਕਰਕੇ ਪੜਾ ਕੀਤਾ ਹੈ, ਛੇਤੀ ਸ਼ੀਕਰਤਾ ਕਰਦਿਆਂ ਉੱਥੇ ਪਹੁੰਚ ਗਏ। ਜਦੋਂ ਭਾਈ ਨੰਦ ਲਾਲ ਜੀ ਕੁਝ ਆਦਮੀਆਂ ਦੇ ਨਾਲ ਪਹੁੰਚੇ ਤੇ ਅਗਲੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਵਾਨ ਲੱਗਾ ਹੋਇਆ ਹੈ। ਦੀਵਾਨ ਦੇ ਵਿੱਚ ਕਲਗੀਧਰ ਪਾਤਸ਼ਾਹ ਬੈਠੇ ਸੋਭਨੀਕ ਹਨ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਈਆਂ ਤੇ ਸਤਿਗੁਰੂ ਜੀ ਨੂੰ ਆਣ ਮਿਲੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਤੇ ਸੀਸ ਰੱਖਿਆ ਆਪਣਾ ਭਾਈ ਨੰਦ ਲਾਲ ਜੀ ਨੇ, ਸਿਰ ਰੱਖ ਕੇ ਨਮਸਕਾਰ ਕੀਤੀ। ਫਿਰ ਸਾਰੀ ਬੇਨਤੀ ਬਹਾਦਰ ਸ਼ਾਹ ਦੀ ਕੀਤੀ ਹੋਈ ਸੁਣਾ ਦਿੱਤੀ। ਇਹ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬਹਾਦਰ ਸ਼ਾਹ ਆਪ ਜੀ ਦਾ ਦਾਸ ਬਣਿਆ ਹੈ। ਬਹਾਦਰ ਸ਼ਾਹ ਆਪ ਜੀ ਦੀ ਸ਼ਰਨ ਵਿੱਚ ਪਿਆ ਹੈ ਤੇ ਹੱਥ ਜੋੜ ਕੇ ਬੇਨਤੀ ਕਰਦਾ ਹੈ। ਮਹਾਰਾਜ ਬਹਾਦਰ ਸ਼ਾਹ ਕਹਿੰਦਾ ਹੈ ਵੀ ਆਪ ਕਿਰਪਾ ਕਰੋ ਮੇਰੇ ਤੇ ਮੇਰੀ ਮਦਦ ਕਰੋ। ਜੋ ਤਾਰਾ ਆਜਮ ਮੇਰਾ ਭਰਾ ਮੇਰਾ ਦੁਸ਼ਮਣ ਹੈ ਉਹਦੇ ਤੋਂ ਮੈਨੂੰ ਬਚਾ ਲਵੋ। ਇਸ ਤੋਂ ਆਦਿਕ ਬਹਾਦਰ ਸ਼ਾਹ ਦੀ ਕੀਤੀ ਹੋਈ ਬੇਨਤੀ ਭਾਈ ਨੰਦ ਲਾਲ ਜੀ ਤੋਂ ਸੁਣ ਕਰਕੇ ਦਸ਼ਮੇਸ਼ ਪਿਤਾ ਜੀ ਨੇ ਸਹਿਜ ਸੁਭਾਇਕ ਬਚਨ ਉਚਾਰਨ ਕੀਤੇ। ਮਹਾਰਾਜ ਕਹਿਣ ਲੱਗੇ ਵੀ ਭਾਈ ਨੰਦ ਲਾਲ ਜੇ ਇਸ ਤਰ੍ਹਾਂ ਹੰਕਾਰ ਛੱਡ ਕੇ ਗੁਰੂ ਘਰ ਦੀ ਸ਼ਰਨ ਵਿੱਚ ਪਿਆ ਨਾ ਬਹਾਦਰ ਸ਼ਾਹ ਨੀਵਾਂ ਹੋ ਕੇ ਆਇਆ ਵਾ ਤੇ ਅਸੀਂ ਉਹਦੀ ਮਦਦ ਕਰਾਂਗੇ, ਫਿਰ ਅਸੀਂ ਉਹਨੂੰ ਜੱਗ ਦੀ ਇਹ ਬਾਦਸ਼ਾਹੀ ਦਿਵਾਵਾਂਗੇ। ਪਰ ਉਹਨੂੰ ਇੱਕ ਸਵਾਲ ਸਾਡਾ ਮੰਨਣਾ ਪਵੇਗਾ। ਸਾਡਾ ਬਚਨ ਅਸੀਂ ਇਹਨੂੰ ਇੱਕ ਸਵਾਲ ਕਰਾਂਗੇ, ਆਪਣੇ ਮਨ ਵਿੱਚ ਸਾਡਾ ਇੱਕ ਸਵਾਲ ਮੰਨ ਲਵੇ। ਇਹ ਨਾ ਹੋਵੇ ਵੀ ਕੰਮ ਨਿਕਲ ਜਾਵੇ ਉਹਦਾ ਤੇ ਬਾਅਦ ਵਿੱਚ ਆਪਣੇ ਪਿਓ ਵਾਂਗੂ ਝੂਠਾ ਹੋ ਜਾਵੇ, ਜਿਵੇਂ ਉਹਦੇ ਪਿਓ ਨੇ ਝੂਠ ਮਾਰਿਆ ਔਰੰਗਜ਼ੇਬ ਨੇ। ਕੁਰਾਨ ਦੇ ਉੱਤੇ ਕਸਮਾਂ ਲਿਖ ਕੇ ਭੇਜਦਾ ਰਿਹਾ ਵੀ ਆਨੰਦਗੜ੍ਹ ਦਾ ਕਿਲਾ ਛੱਡ ਦਿਓ ਜੀ ਤੇ ਇੱਧਰ ਮੈਂ ਮਿਲਾਂਗਾ ਤੁਹਾਨੂੰ, ਮੇਰੀਆਂ ਫੌਜਾਂ ਤੁਹਾਡੇ ਤੇ ਹਮਲਾ ਨਹੀਂ ਕਰਨਗੀਆਂ। ਤੇ ਮਹਾਰਾਜ ਕਹਿੰਦੇ ਕਸਮਾਂ ਖਾ ਕੇ ਝੂਠਾ ਨਿਕਲਿਆ ਔਰੰਗਜ਼ੇਬ, ਛਲੀਆ ਨਿਕਲਿਆ, ਕਪਟੀ ਨਿਕਲਿਆ, ਆਪਣੇ ਪਿਤਾ ਵਾਂਗੂ ਕਿਤੇ ਵੀ ਝੂਠਾ ਨਾ ਨਿਕਲੇ। ਹਾਂ ਜੇ ਝੂਠਾ ਨਾ ਹੋਵੇਗਾ ਆਪਣੇ ਪਿਤਾ ਵਾਂਗੂ, ਸਾਡਾ ਇੱਕ ਸਵਾਲ ਪੂਰਾ ਕਰੇਗਾ, ਇਹ ਬਚਨ ਕਰੇਗਾ, ਪ੍ਰਣ ਕਰੇਗਾ, ਤਾਂ ਫਿਰ ਇਹਦਾ ਕਾਰਜ ਪੂਰਾ ਹੋ ਜਾਵੇਗਾ। ਕਲਗੀਧਰ ਪਾਤਸ਼ਾਹੀ ਦਾ ਬਚਨ ਸੁਣ ਕੇ ਭਾਈ ਨੰਦ ਲਾਲ ਖੁਸ਼ ਹੋਇਆ। ਆਖਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਤੁਸੀਂ ਧੰਨ ਹੋ। ਧੰਨ ਕਹਿ ਕੇ ਸੀਸ ਨਵਾਇਆ। ਮਾਰੇ ਆਪ ਜੀ ਦਾ ਜੋ ਬਚਨ ਹੈ, ਆਪ ਜੀ ਦਾ ਜੋ ਹੁਕਮ ਹੈ, ਆਪ ਜੀ ਦਾ ਕਿਹਾ ਹੋਇਆ ਮੈਂ ਜਾ ਕੇ ਬਹਾਦਰ ਸ਼ਾਹ ਨੂੰ ਸਾਰਾ ਕਹਾਂਗਾ। ਮਹਾਰਾਜ ਮੈਂ ਭਲੀ ਪ੍ਰਕਾਰ ਚੰਗੀ ਤਰ੍ਹਾਂ ਜਾਣਦਾ ਵਾਂ ਤੁਹਾਡਾ ਸਵਾਲ ਮੰਨੇਗਾ ਬਹਾਦਰ ਸ਼ਾਹ। ਕਿਉਂਕਿ ਸਤਿਗੁਰੂ ਜੀ ਹੁਣ ਤਾਂ ਬਹਾਦਰ ਸ਼ਾਹ ਨੂੰ ਆਪਣੇ ਜੀਵਨ ਦੀ ਵੀ ਆਸਾ ਨਹੀਂ ਹੈ, ਉਹਨੂੰ ਦਿਸ ਰਿਹਾ ਹੈ ਕਿ ਭਰਾ ਨੇ ਮਰਵਾ ਦੇਣਾ ਹੈ। ਮੈਂ ਛੇਤੀ ਜਾਵਾਂਗਾ ਤੇ ਜਾ ਕੇ ਬਹਾਦਰ ਸ਼ਾਹ ਨੂੰ ਆਪ ਜੀ ਦਾ ਬਚਨ ਦੱਸਾਂਗਾ। ਪ੍ਰਭੂ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕਰਕੇ ਰੁਖਸਤ ਹੋ ਕਰਕੇ ਛੇਤੀ ਚੱਲੇ ਹਨ। ਆ ਕਰਕੇ ਬਹਾਦਰ ਸ਼ਾਹ ਨੂੰ ਮਿਲੇ, ਸਾਰੀ ਗੱਲਬਾਤ ਸੁਣਾਈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤਾ ਹੈ। ਮਹਾਰਾਜ ਸਾਹਿਬ ਨੇ ਸਾਡੀ ਬੇਨਤੀ ਮੰਨ ਲਈ ਹੈ, ਪਰ ਸਤਿਗੁਰੂ ਜੀ ਨੇ ਆਖਿਆ ਹੈ ਕਿ ਆਪਣੇ ਹੱਥੀਂ ਇਸ ਤਰੀਕੇ ਨਾਲ ਲਿਖ ਕੇ ਦਵੇ। ਇੱਕ ਸਵਾਲ ਗੁਰੂ ਸਾਹਿਬ ਜੀ ਕਰਨਗੇ ਤੇ ਉਹ ਮੰਨਣਾ ਪਵੇਗਾ।
हे बहादुर शाह, इस संसार की बादशाही सतगुरु कलगीधर पातशाह तुहानू दवा देणगे, पर महाराज का भी एक सवाल तुहानू मनना पवेगा। उस मौके ते एक मुरशद सी बहादुर शाह दा, मुरशद गुरु नहीं कह देंदे, मुरशद मुसलमानी मत च गुरु नूं मुरशद कहिंदे आ ते सिख नूं मुरीद कहिंदे। भी बहादुर शाह दा एक मुरशद सी, एक गुरु सी, जिन्हों गुरु करके बहादुर शाह सत्कार देंदा सी। सारे लोकां दे विच अपने हतैशियां दे विच वो बहादुर शाह दा मुरशद पुछण लगा भाई नंद लाल तो, कहन लगा भी भाई नंद लाल दस गुरु गोबिंद सिंह जी दे पास फौज किन्नी क है, किन्नी क गिणती है फौज दी, ते किवें ओ बादशाही लैके देणगे दिल्ली दी बहादुर शाह नूं। वो सारी विधि दस भी जे उन्हां कोले बहुती फौज होवेगी तां ही लैके देणगे। भी 22 लाख फौज का मुकाबला करना पैना है। तारा आजम कोले 22 लाख फौज है, कि गुरु गोबिंद सिंह दे कोले किन्नी क फौज है। ते भाई नंद लाल ने वो बहादुर शाह दे मुरशद नूं कह करके समझाया है, जो तुसी वड्डी फौज जान के तारे आजम दी ते ये गल कही है। भाई नंद लाल जी जानते सब कुछ, वो कहते भी इत्थे फौजां दी गल नहीं, गुरु गोबिंद सिंह कल्ले ही बथेरे आ। गुरु गोबिंद सिंह महाराज सर्व कला समराथा, वो जो चाहण वो करन दी समर्था रखते हैं। हाँ, गुरु गोबिंद सिंह भरिया नूं रीते भी कर देंदे आ ते रीतियां नूं भर भी देंदे। रीते कहंदे खाली नूं, गुरु गोबिंद सिंह भरिया नूं खाली करन दी समर्था रखते आ ते खालियां नूं भरन दी समर्था रखते आ, क्योंकि गुरु गोबिंद सिंह परमेश्वर का ही स्वरूप आ। निर्गुण आप सरगुण पियो ही कलाधार, जिन सगली मोही। नामे पातशाह का बचन आउंदा बिहागड़ा राग दे विच। मारे कहंदे परमेश्वर की गति नूं कोई समझ नहीं सकता। हर की गत नह कोऊ जानै, जोगी जति तपी पच हारे। अर बहु लोग सियाने, रहाओ खिन मह राओ रंक कौ करे। राओ रंक कर डारे, रीते भरे भरे सखनावै, यह ताको व्यवहारे। वो परमेश्वर खालियां नूं भर दिंदा ते भरियां नूं खाली कर दिंदा। पेखारी ते राज करावै, राजा ते पेखारी। खल मूर्ख ते पंडित करबो, पंडित ते मुगदारी। भाई नंद लाल जी कहंदे गुरु गोबिंद सिंह च ऐसी समर्था है, वो भरियां नूं खाली कर देण ते खालियां नूं भर देण। इस करके चित्त विच कोई भी संसा ना करो गुरु गोबिंद सिंह महाराज दे उत्ते। जिवें प्रभु गुरु गोबिंद सिंह जी कह देणगे उसे तरह कारज हो जाएगा। ये भाई नंद लाल जी ने सारिਆਂ ਨੂੰ सुनाया। गुरु जी के पावन इतिहास की विचार सांझी करदे होइयां भुल्लां चुकां दी सतगुरु जी गुर संगत जी खिमा देनी। धन धन बेबे नानकी जी का पावन प्रकाश दिहाड़ा 4 तरीक नूं है। हर रोज़ ही बेनती सांझी की जा रही है। कल तो साध संगत जी बेबे नानकी जी के पावन स्थान से दीवान आरंभ होए हैं। शामी 5 बजे दीवान की आरंभता हो जाती है। अज भी 5 बजे तो दीवान की आरंभता बेबे नानकी जी के स्थान पर हो चुकी है। तो रात 12:30 बजे तक दीवान सजने हैं। तो अज कवि जन पहुँच रहे हैं जिन्हों ने कविता के राही बेबे नानकी जी का ते धन धन श्री गुरु नानक देव साहब महाराज जी का जस संगतां नूं सुनाउणा है। कल नूं साध संगत जी नगर कीर्तन आरंभ होना है बेबे जी के पवित्र स्थान को सवेरे 11 बजे। तो 4 तरीक नूं श्री अखंड पाठ साहिबां दे भोग संपूर्ण होने हैं तो दिन के दीवान सजने हैं। संगतां ने परिवारां समेत हाजरियां भर के गुरु घर दीआं खुशियां प्राप्त करनियां। भुल्लां चुकां दी खिमा देनी। देहो सज्जण आसीसड़ियां ज्यों होवै साहिब स्यों मेल। वाहिगुरु 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 वाहिगुरु। हे गोबिंद हे गोपाल हे दयाल लाल। प्राण नाथ अनाथ सखे दीन दर्द निवार।
हे समरथ अगम पूरन मोहे मया अंधकूप महाभयान नानक पार आए प्रभ शरणागति कृपा निध दयाल एक अखर हर मन बसत नानक होत निहाल कथा निता प्रत होत है सुन हो सिंह सुजान नानक गुर गोबिंद सिंह जी सदा करे कल्याण नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल।